ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਸੰਤ ਨਾਮਦੇਵ ਜੀ ਦਾ ਜਯੰਤੀ ਹੈ ਔਰ ਸੰਤਾਂ ਭਗਤਾਂ ਦਾ ਜੀਵਨ ਜਿਹੜਾ ਹੈ ਉਹ ਉਹਨਾਂ ਤੋਂ ਹੀ ਅਸੀਂ ਸਿੱਖ ਕੇ ਇਸ ਰਸਤੇ ਤੇ ਚੱਲ ਸਕਨੇ ਆ। ਤੇ ਬਹੁਤ ਹੈਰਾਨੀ, ਮੈਨੂੰ ਤੇ ਖੁਦ ਬਹੁਤ ਹੈਰਾਨੀ ਹੁੰਦੀ ਹੈ, ਤੁਹਾਡਾ ਨਹੀਂ ਪਤਾ ਕਿ ਬਹੁਤ ਅੱਛਾ ਲੱਗਦਾ ਸੀ ਕਿ ਉਹ ਹੈ ਵਰਕਸ਼ਾਪ ਨਵੀਂ ਆ ਗਈ ਹੈ, ਨਵਾਂ ਅਕਸ਼ਰ ਸੁਣਿਆ ਹੈ, ਬਹੁਤ ਵਧੀਆ ਸਬਜੈਕਟ ਹੈ। लेकिन आज जिस टाइम मैं देख रही हूँ, पढ़ रही हूँ और समझ आ रही है, वो सब कुछ पहले गुरबानी सब कुछ लिखिया होया, कुछ नवा नहीं है। ਅਸੀਂ ਸੁਣਿਆ ਨਹੀਂ, ਅਸੀਂ ਸਮਝਿਆ ਨਹੀਂ, ਅਸੀਂ ਪੜਿਆ ਨਹੀਂ, ਉਹ ਗੱਲ ਅਲੱਗ ਹੈ। ਤੇ ਸੰਤ ਨਾਮਦੇਵ ਜੀ ਦਾ ਜੀਵਨ ਜਿਹੜਾ ਹੈ ਉਹ ਬਹੁਤ ਹੀ ਚਮਤਕਾਰਿਕ ਜੀਵਨ ਹੈ ਔਰ ਇੰਨੀਆਂ ਉਹਨਾਂ ਦੇ ਨਾਲ ਘਟਨਾਵਾਂ ਸਾਖੀਆਂ ਹਰ ਦਿਨ ਦੀਆਂ ਜੁੜੀਆਂ ਨੇ ਜ਼ਿੰਦਗੀ ਦੀਆਂ ਕਿ ਪਰਮਾਤਮਾ ਨੇ 72 ਵਾਰ ਉਹਨਾਂ ਨੂੰ ਦਰਸ਼ਨ ਦਿੱਤੇ। 72 ਵਾਰ ਪਰਮਾਤਮਾ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਔਰ ਉਹਨਾਂ ਨੇ ਹਰ ਰੂਪ ਵਿੱਚ ਪਰਮਾਤਮਾ ਨੂੰ ਪਹਿਚਾਨਿਆ। ਤੇ ਉਹਨਾਂ ਦੇ ਜੀਵਨ ਦੇ ਕੁਝ ਜਿਹੜੇ ਸਿਧਾਂਤ ਨੇ, ਜਿਹੜੇ ਉਹਨਾਂ ਨੇ ਟੀਚਿੰਗਸ ਦਿੱਤੀਆਂ ਨੇ, ਜਿਹੜੇ ਸਿਧਾਂਤ ਨੇ, ਉਹੀ ਮੈਂ ਲਏ ਨੇ ਅੱਜ। ਸੋ ਸ਼ੁਰੂਆਤ ਕਰਨੇ ਆ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਸੰਤ ਨਾਮਦੇਵ ਜੀ ਦੀ ਜਯੰਤੀ ਦੀ। 26 ਅਕਤੂਬਰ 1270 ਚ ਉਹਨਾਂ ਦਾ ਜਨਮ ਹੁੰਦਾ ਔਰ 3 ਜੁਲਾਈ 1350 ਤੱਕ ਉਹ ਧਰਤੀ ਤੇ ਆਪਣਾ ਜੀਵਨ ਬਤੀਤ ਕਰਦੇ ਨੇ। ਮਹਾਰਾਸ਼ਟਰ 17 ਡਿਸਟ੍ਰਿਕਟ ਵਿੱਚ ਉਹਨਾਂ ਦਾ ਜਨਮ ਹੁੰਦਾ। ਉਹਨਾਂ ਦੇ ਪਿਤਾ ਦਮਸ਼ੇਟ ਮਦਰ ਗਿਆਨਾਨੀ ਦੇਵੀ ਜੀ ਔਰ ਵਾਈਫ ਰਾਧਾਬਾਈ ਜੀ ਔਰ ਉਹਨਾਂ ਦਾ ਇੱਕ ਬੇਟਾ ਨਾਰਾਇਣ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 61 ਸ਼ਬਦ ਨੇ ਔਰ ਮੈਂ ਉਹਨਾਂ ਸ਼ਬਦਾਂ ਦਾ ਰੈਫਰੈਂਸ ਲਿਆ ਤਾਂ ਕਿ ਸਾਨੂੰ ਪਤਾ ਚੱਲੇ ਬਾਣੀ ਵਿੱਚ ਹੈ ਕੀ, ਬਾਣੀ ਵਿੱਚ ਸਾਨੂੰ ਗੁਰੂਆਂ ਨੇ ਸਿਧਾਂਤ ਕੀ ਦਿੱਤਾ ਹੋਇਆ, ਬਾਣੀ ਵਿੱਚ ਕੀ ਹੈ ਜੋ ਅਸੀਂ ਅੱਜ ਤੱਕ ਸਮਝ ਨਹੀਂ ਪਾਏ, ਆਪਣੇ ਹੀ ਖਜ਼ਾਨੇ ਨੂੰ ਅਸੀਂ ਖੋਲ ਨਹੀਂ ਪਾਏ ਔਰ ਅਸੀਂ ਖਜ਼ਾਨੇ ਤੇ ਬੈਠ ਕੇ ਰੋ ਰਹੇ ਹਾਂ ਕਿ ਹੁਣ ਅਸੀਂ ਕਿੱਥੇ ਜਾਈਏ, ਅਸੀਂ ਕੀ ਕਰੀਏ। ਸੋ ਉਹ ਜਿਹੜੀ ਚੀਜ਼ ਹੈ ਉਹ ਸਾਨੂੰ ਹੁਣ ਧਿਆਨ ਕੀਤਾ, ਅਸੀਂ ਧਿਆਨ ਕਰਕੇ ਅਸੀਂ ਇਸ ਚੀਜ਼ਾਂ ਨੂੰ ਸਮਝ ਰਹੇ ਹਾਂ, ਕਿਉਂਕਿ ਧਿਆਨ ਤੋਂ ਬਿਨਾਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆਉਂਦੀ। ਧਿਆਨ ਕਰਕੇ ਹੀ ਸਮਝ ਆਉਂਦੀ ਹੈ। ਮਨ ਖਾਲੀ ਹੋਏਗਾ ਤਾਂ ਉਹਦੇ ਚ ਕੁਝ ਨਵਾਂ ਭਰਿਆ ਜਾਏਗਾ, ਤੇ ਜੇ ਮਨ ਖਾਲੀ ਨਹੀਂ ਹੋਏਗਾ ਨਵਾਂ ਕਿਸ ਤਰ੍ਹਾਂ ਭਰਿਆ ਜਾਏਗਾ। ਤੇ ਇਸ ਵਾਸਤੇ ਸਾਰੇ ਤੁਸੀਂ ਇਸ ਸਾਖੀ ਨੂੰ ਜਾਣਦੇ ਹੋ ਕਿ ਉਹਨਾਂ ਨੇ ਪਿਤਾ ਉਹਨਾਂ ਦੇ ਚਲੇ ਗਏ ਔਰ ਉਹਨਾਂ ਨੇ ਕਿਹਾ ਕਿ ਠਾਕੁਰ ਨੂੰ ਭੋਗ ਲਗਾਣਾ ਦੁੱਧ ਦਾ। ਤੇ ਨਾਮਦੇਵ ਜੀ ਜਿਹੜੇ ਸੀ ਉਹਨਾਂ ਨੇ ਗਾਂ ਜਿਹੜੀ ਸੀ ਉਹ ਦੋ ਕੇ ਲਿਆਂਦੀ ਔਰ ਬਚਪਨਾ ਸੀ, ਦੁੱਧ ਰੱਖਿਆ ਅੱਗੇ ਤੇ ਭੋਲੇਪਨ ਸੀ ਬਹੁਤ। ਤੇ ਉਹਨਾਂ ਨੇ ਪਰਮਾਤਮਾ ਨੂੰ ਕਿਹਾ ਕਿ ਦੁੱਧ ਪੀਓ, ਬਿਠਲ ਬਿਠਲ ਉਹ ਕਹਿੰਦੇ ਸੀ, ਦੁੱਧ ਪੀਓ ਗੋਬਿੰਦੇ ਰਾਇਆ। ਤੇ ਉਹ ਦੇਖਿਆ ਤੇ ਦੁੱਧ ਅਜੇ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਹੈ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਪਿਤਾ ਖਾਲੀ ਦੁੱਧ ਜਿਹੜਾ ਹੈ ਉਹ ਮੂਰਤੀ ਦੇ ਮੂੰਹ ਨੂੰ ਲਗਾ ਕੇ ਆ ਜਾਂਦੇ ਨੇ, ਬਸ ਹੋ ਗਿਆ, ਭੋਗ ਲੱਗ ਗਿਆ। ਉਹ ਸਮਝ ਰਹੇ ਨੇ ਕਿ ਪਰਮਾਤਮਾ ਪ੍ਰਗਟ ਹੁੰਦਾ ਹੈ, ਪਰਮਾਤਮਾ ਦੁੱਧ ਪੀਂਦਾ ਹੈ ਤੇ ਤਾਂ ਭੋਗ ਲੱਗਦਾ ਹੈ। ਹੁਣ ਉਹ ਬੈਠ ਗਏ ਹੱਟ ਕਰਕੇ ਕਿ ਜਦ ਤੱਕ ਤੂੰ ਨਹੀਂ ਭੋਗ ਲਗਾਏਗਾ, ਤੂੰ ਨਹੀਂ ਪੀਏਗਾ, ਮੈਂ ਵੀ ਨਹੀਂ ਪੀਣਾ, ਮੈਂ ਵੀ ਕੁਝ ਖਾਣਾ ਪੀਣਾ ਨਹੀਂ, ਮੈਂ ਵੀ ਇੱਥੇ ਬੈਠਾ। ਕਰਦੇ ਕਰਦੇ ਸ਼ਾਮ ਹੋ ਗਈ, ਆਖਿਰ ਪਰਮਾਤਮਾ ਨੂੰ ਪ੍ਰਗਟ ਹੋਣਾ ਪਿਆ। ਔਰ ਗੁਰਬਾਣੀ ਵਿੱਚ ਇਹ ਸ਼ਬਦ ਹੈ, ਨਾਮੇ ਦੇਖ ਨਾਰਾਇਣ ਹੱਸੇ, ਏਕ ਭਗਤ ਮੇਰੇ ਹਿਰਦੇ ਬਸੇ। ਨਾਰਾਇਣ ਹੱਸ ਰਹੇ ਨੇ ਨਾਮਦੇਵ ਨੂੰ ਦੇਖ ਕੇ, ਉਹ ਕਹਿ ਰਹੇ ਨੇ ਇਹ ਭਗਤ ਤੇ ਮੇਰੇ ਹਿਰਦੇ ਚ ਵਸਦਾ ਹੈ। ਤੇ ਦੁੱਧ ਪੀਤਾ ਉਹਨਾਂ ਨੇ ਔਰ ਨਾਮਦੇਵ ਜੀ ਨੂੰ ਪਹਿਲੇ ਸਭ ਤੋਂ ਉੱਥੇ ਦਰਸ਼ਨ ਹੋਏ। ਔਰ ਜਿਸ ਵੇਲੇ ਉਹਨਾਂ ਦੇ ਪਿਤਾ ਨੇ ਆ ਕੇ ਦੇਖਿਆ ਔਰ ਨਾ ਉਹ ਰੋਜ਼ ਇਸ ਤਰ੍ਹਾਂ ਹੀ ਦੁੱਧ ਪਿਲਾ ਰਹੇ ਨੇ ਔਰ ਪਰਮਾਤਮਾ ਪੀ ਰਿਹਾ, ਤੇ ਉਹ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ। ਮਾਤਾ ਪਿਤਾ ਕਹਿਣ ਲੱਗੇ ਇਹ ਕਿਸ ਤਰ੍ਹਾਂ ਹੁੰਦਾ। ਫਿਰ ਉਹਨਾਂ ਨੇ ਕਿਹਾ ਕਿ ਤੂੰ ਦੁੱਧ ਪਿਲਾ, ਅਸੀਂ ਦੇਖਨੇ ਆ। ਔਰ ਵਾਕਈ ਜਿਸ ਵੇਲੇ ਉਹਨਾਂ ਨੂੰ ਇਹ ਤੇ ਨਹੀਂ ਦਿਖਿਆ ਕਿ ਕੋਈ ਦੁੱਧ ਪੀ ਰਿਹਾ, ਲੇਕਿਨ ਇਹ ਦਿਖਿਆ ਕਿ ਕਟੋਰੀ ਖਾਲੀ ਹੋ ਗਈ। ਹੁਣ ਨਾਮਦੇਵ ਜੀ ਦੇ ਜੀਵਨ 'ਚ ਇੰਨੀਆਂ ਘਟਨਾਵਾਂ ਨੇ, ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਜਿੰਨਾ ਪ੍ਰਿੰਸੀਪਲਸ ਦੇ ਹਿਸਾਬ ਨਾਲ ਲੈ ਸਕਾਂ ਮੈਂ ਲਈਆਂ ਨੇ। ਸੋ ਅੱਜ ਤੁਹਾਨੂੰ ਸਾਖੀਆਂ ਬਹੁਤ ਸੁਣਨ ਨੂੰ ਮਿਲਣਗੀਆਂ। ਤੇ ਮਹਾਰਾਸ਼ਟਰ ਵਿੱਚ ਮੰਦਿਰ ਹੈ ਨਾਮਦੇਵ ਜੀ ਦਾ। ਉਹ ਕਿਉਂਕਿ ਛੀਬਾ ਜਾਤੀ, ਨੀਚੀ ਜਾਤੀ ਦੇ ਸੀ, ਕਪੜਾ ਰੰਗਦੇ ਸੀ, ਤੇ ਉਸ ਵੇਲੇ ਬ੍ਰਾਹਮਣਵਾਦ ਜ਼ਿਆਦਾ ਸੀ ਤੇ ਉਹ ਨੀਚੀ ਜਾਤੀ ਵਾਲਿਆਂ ਨੂੰ ਮੰਦਿਰ ਵਿੱਚ ਅਲਾਉਡ ਨਹੀਂ ਸੀ ਜਾਣਾ, ਨਾਮ ਜਪਣਾ ਅਲਾਉਡ ਨਹੀਂ ਸੀ, ਰਾਮ ਦਾ ਨਾਮ ਲੈਣਾ ਅਲਾਉਡ ਨਹੀਂ ਸੀ। ਤੇ ਹੁਣ ਉਹਨਾਂ ਦੀ ਤੇ ਪਰਮਾਤਮਾ ਨਾਲ ਲਿਵ ਜੁੜੀ ਰਹਿੰਦੀ ਸੀ,
ਤੇ ਉਹ ਪਰਮਾਤਮਾ ਦਾ ਨਾਮ ਜਪਦੇ ਸੀ। ਤੇ ਉਹ ਮੰਦਿਰ ਗਏ, ਉਹਨਾਂ ਨੇ ਕੀਰਤਨ ਦੀ ਆਵਾਜ਼ ਸੁਣੀ, ਉਹ ਭੁੱਲ ਹੀ ਗਏ ਕਿ ਅੰਦਰ ਜਾਣਾ ਅਲਾउड ਨਹੀਂ ਹੈ। ਔਰ ਉਹ ਕੀਰਤਨ ਕਰਦੇ ਕਰਦੇ ਜਿਸਲੇ ਮੰਦਿਰ ਦੇ ਅੰਦਰ ਜਾਣ ਲੱਗੇ ਤੇ ਪੰਡਿਤ ਜਿਹੜੇ ਸੀ ਉਹਨਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਤੁਸੀਂ ਸ਼ੂਦਰ ਜਾਤੀ ਦੇ ਹੋਗੇ, ਤੁਸੀਂ ਮੰਦਿਰ 'ਚ ਕਿਉਂ ਆ ਰਹੇ ਹੋ, ਤੁਸੀਂ ਸਾਡਾ ਮੰਦਿਰ ਅਪਵਿੱਤਰ ਕਰ ਰਹੇ ਹੋ। ਤੇ ਉਹਨਾਂ ਨੇ ਉੱਥੇ ਫਿਰ ਸ਼ਬਦ ਉਚਾਰਿਆ ਨਾਮਦੇਵ ਜੀ ਨੇ ਕਿ ਪਰਮਾਤਮਾ ਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰ ਕੇ ਮੰਦਿਰ 'ਚੋਂ ਬਾਹਰ ਕੱਢ ਦਿੱਤਾ ਹੈ, ਤੇ ਮੈਨੂੰ ਅਗਰ ਪਰਮਾਤਮਾ ਤੂੰ ਮੁਕਤੀ ਦੇਗਾ ਕਿ ਮਰਨੇ ਤੋਂ ਬਾਅਦ ਤੈਨੂੰ ਮੁਕਤੀ ਮਿਲੇਗੀ ਜਿਹੜਾ ਕਿਹਾ ਜਾਂਦਾ ਹੈ, ਤੇ ਫਿਰ ਉਸ ਮੁਕਤੀ ਦਾ ਕੀ ਫਾਇਦਾ, ਕਿਸੇ ਨੂੰ ਨਹੀਂ ਪਤਾ ਚੱਲੇਗਾ ਉਸ ਮੁਕਤੀ ਦਾ। ਹੁਣ ਤੇ ਮੈਨੂੰ ਇੰਨਾ ਮਾਰ ਕੁੱਟ ਕੇ ਬਾਹਰ ਕੱਢਿਆ, ਤੇ ਅਗਰ ਤੂੰ ਹੁਣ ਕੁਝ ਨਹੀਂ ਕਰੇਗਾ ਤੇ ਮੈਨੂੰ ਮਰਨੇ ਤੋਂ ਬਾਅਦ ਮੁਕਤੀ ਦੇਗਾ ਤਾਂ ਉਹਦਾ ਕੀ ਫਾਇਦਾ। ਤੇ ਉਹ ਕਹਿ ਰਹੇ ਨੇ ਇਹ ਜਿਹੜੇ ਪੰਡਤ ਨੇ ਸਾਰੇ, ਇਹ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢ ਦਿੱਤਾ ਹੈ। ਤੇ ਜੇ ਤੂੰ ਇੰਨਾ ਦਿਆਲੂ ਹੈ, ਕਿਰਪਾਲੂ ਹੈ, ਚਤੁਰਭੁਜ ਤੂੰ ਹੈ, ਤੇ ਜੇ ਤੂੰ ਆ ਕੇ ਮੇਰੀ ਰੱਖਿਆ ਹੀ ਨਹੀਂ ਕੀਤੀ ਤੇ ਫਿਰ ਕੀ ਫਾਇਦਾ ਹੋਇਆ ਤੇਰਾ। ਤੇ ਫਿਰ ਉਹ ਪਰਮਾਤਮਾ ਅੱਗੇ ਜਿਸ ਵੇਲੇ ਉਹਨਾਂ ਨੇ ਸ਼ਬਦ ਗਾਇਨ ਕਰਕੇ ਪੁਕਾਰ ਕੀਤੀ ਤੇ ਪਰਮਾਤਮਾ ਪ੍ਰਗਟ ਹੋਇਆ, ਔਰ ਪਰਮਾਤਮਾ ਨੇ ਫਿਰ ਮੰਦਿਰ ਘੁਮਾ ਦਿੱਤਾ। ਜਿਹੜਾ ਅੱਜ ਵੀ ਕਹਿੰਦੇ ਨੇ ਮੰਦਿਰ ਘੁੰਮਿਆ ਹੋਇਆ, ਮਹਾਰਾਸ਼ਟਰ 'ਚ ਲੋਕ ਦਰਸ਼ਨ ਕਰਨ ਜਾਂਦੇ ਨੇ, 180 ਡਿਗਰੀ ਮੰਦਿਰ ਘੁੰਮ ਗਿਆ, ਔਰ ਮੰਦਿਰ ਦਾ ਜਿਹੜਾ ਮੁੱਖ ਦੁਆਰ ਹੈ ਉਹ ਨਾਮਦੇਵ ਜੀ ਦੀ ਤਰਫ ਹੋ ਗਿਆ। ਔਰ ਜਿਹੜੇ ਪੰਡਿਤ ਸੀ ਉਹ ਫਿਰ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਹੋ ਗਿਆ। ਤੇ ਪਰਮਾਤਮਾ ਹਮੇਸ਼ਾ ਆਪਣੇ ਭਗਤਾਂ ਦਾ ਸੰਸਾਰ ਤੇ ਜੈ ਜੈਕਾਰ ਕਰਾਂਦਾ ਹੈ। ਤੇ ਪੂਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ सूद सूद कर मार उठायो, कहा करो बाप बीठला, मुए हुए जो मुक्त दोगे, मुक्त ना जाने कोयला, ए पंडिया मुको टेढ़ कहत है, तेरी पैच पिछौडी होएला, तू जो दयाल कृपाल कहियत है, अतबुझ भयो अपारला, फेर दिया देहरा नामे को, पंडियन को पिछवाड़ला। परमात्मा ने फिर नामदेव जी दी पुकार सुन के देहरा फेर दिता। हुण देखो ऐ ते एक साखी असीं सुनी। ਹੁਣ ਜਿਸ ਵੇਲੇ ਦੇਹਰਾ ਫੇਰ ਦਿੱਤਾ, ਨਾਮਦੇਵ ਜੀ ਨੂੰ ਵੀ ਪਰਮਾਤਮਾ ਨੇ ਉਹਨਾਂ ਦੇ ਅੰਦਰ ਵੀ ਜਿਸ ਵੇਲੇ ਆਂਦਾ ਸੀ ਕਿ ਮੈਂ ਬਹੁਤ ਵੱਡਾ ਭਗਤ ਹੋ ਗਿਆ, ਜਿਸ ਵੇਲੇ ਇੰਨੇ ਸਾਰੇ ਚਮਤਕਾਰ ਹੋਏ, ਤੇ ਉਹਨਾਂ ਦਾ ਹੰਕਾਰ ਵੀ ਪਰਮਾਤਮਾ ਨੇ ਨਾਲੋਂ ਨਾਲ ਦੂਰ ਕੀਤਾ। ਤੇ ਸੱਜਣ ਸੰਗਤ ਦਾ ਐਸੇ ਲਈ ਬੜਾ ਇੰਪੋਰਟੈਂਸ ਹੈ, ਮਹੱਤਵ ਹੈ। ਨਹੀਂ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਤੇ ਪਹੁੰਚ ਗਏ ਆ, ਸਾਡੇ ਜਿਹਾ ਤੇ ਕੋਈ ਹੈ ਹੀ ਨਹੀਂ। ਲੇਕਿਨ ਜਿਸ ਵੇਲੇ ਸੱਜਣ ਸੰਗਤ ਤੇ ਕਰਨੇ ਆ ਔਰ ਉਹਦੇ 'ਚ ਅਸੀਂ ਦੂਜਿਆਂ ਦੇ ਐਕਸਪੀਰੀਅੰਸ ਸੁਣਨੇ ਆ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਨਹੀਂ ਅਜੇ ਤੇ ਬਹੁਤ ਅੱਗੇ ਜਾਣਾ, ਅਜੇ ਤੇ ਅਸੀਂ ਬਹੁਤ ਸਾਧਨਾ ਕਰਨੀ। ਤੇ ਜਿਸ ਵੇਲੇ ਪਰਮਾਤਮਾ ਜਿਹੜਾ ਸੀ ਹਰ ਵਕਤ ਨਾਮਦੇਵ ਜੀ ਨੂੰ ਦਰਸ਼ਨ ਕਰਦਾ ਸੀ, ਲੇਕਿਨ ਦਿੰਦੇ ਸੀ। ਤੇ ਜਿਸ ਵੇਲੇ ਨਾਮਦੇਵ ਜੀ ਭੋਗ ਲਗਾਉਂਦੇ ਸੀ ਤੇ ਪਰਮਾਤਮਾ ਜਲਦੀ ਜਲਦੀ ਭੋਗ ਲਗਾ ਕੇ ਚਲੇ ਜਾਂਦੇ ਸੀ। ਤੇ ਨਾਮਦੇਵ ਨੇ ਇੱਕ ਦਿਨ ਭੋਗ ਲਗਾਉਣਾ ਸ਼ੁਰੂ ਕੀਤਾ ਤੇ ਪਰਮਾਤਮਾ ਨਹੀਂ ਆਏ, ਬਹੁਤ ਦੇਰ ਹੋ ਗਈ। ਔਰ ਫਿਰ ਤਾਈਓ ਨਾਮਦੇਵ ਜੀ ਨੇ ਦੇਖਿਆ ਕਿ ਪਰਮਾਤਮਾ ਦੌੜਦੇ ਹੋਏ ਆਏ ਤੇ ਉਹਨਾਂ ਦੇ ਮੂੰਹ ਤੇ ਖਿਚੜੀ ਦੇ ਦਾਣੇ ਲੱਗੇ ਹੋਏ ਸੀ। ਤੇ ਉਹ ਕਹਿਣ ਲੱਗੇ ਨਾਮਦੇਵ ਜੀ ਕਿ ਤੁਸੀਂ ਕਿਧਰੋਂ ਹੋਰ ਵੀ ਖਾ ਕੇ ਆਏ ਹੋ। ਤੇ ਪਰਮਾਤਮਾ ਨੇ ਕਿਹਾ ਹਾਂ, ਇੱਥੇ ਮੇਰੇ ਭਗਤ ਰਹਿੰਦੇ ਨੇ ਰੰਕਾ ਔਰ ਬੰਕਾ, ਤੇ ਉਹ ਵੀ ਮੇਰੇ ਭੋਗ ਲਗਾਏ ਬਿਨਾ ਨਹੀਂ ਖਾਂਦੇ, ਤੇ ਉਹਨਾਂ ਦੀ ਅਜੇ ਖਿਚੜੀ ਬੰਨੇ 'ਚ ਦੇਰ ਸੀ, ਫਿਰ ਉਹਨਾਂ ਨੇ ਫਟਾਫਟ ਖਿਚੜੀ ਬਣਾਈ ਤੇ ਮੈਂ ਖਾ ਕੇ ਤੇਰੇ ਕੋਲ ਆਇਆ। ਤੇ ਉਹ ਬੜੇ ਹੈਰਾਨ ਹੋਏ ਕਿ ਐਸੇ ਕਿਹੜੇ ਭਗਤ ਨੇ, ਥੋੜੀ ਦੇਰ ਪਰਮਾਤਮਾ ਮੇਰੇ ਕੋਲ ਆਂਦਾ ਹੈ, ਫਿਰ ਉਦਾਸ ਹੋ ਜਾਂਦਾ ਪਰਮਾਤਮਾ ਵੀ, ਔਰ ਕਹਿੰਦਾ ਮੈਂ ਆਪਣੇ ਭਗਤਾਂ ਕੋਲ ਜਾ ਰਿਹਾ ਹਾਂ, ਮੇਰੀ ਇੰਤਜ਼ਾਰ ਕਰ ਰਹੇ ਰੰਕਾ ਬੰਕਾ। ਤੇ ਨਾਮਦੇਵ ਜੀ ਦੇ ਮਨ 'ਚ ਆਇਆ ਕਿ ਮੈਂ ਵੀ ਦੇਖਾਂ ਤੇ ਸਹੀ ਉਹ ਕਿਹੜੇ ਭਗਤ ਨੇ ਜਿਨ੍ਹਾਂ ਵਾਸਤੇ ਪਰਮਾਤਮਾ ਉਦਾਸ ਹੋ ਜਾਂਦਾ ਔਰ ਚਲੇ ਜਾਂਦਾ। ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਨੇ ਸੰਤ ਗਿਆਨਦੇਵ ਜੀ, ਸੰਤ ਏਕਨਾਥ ਜੀ ਔਰ ਮੁਕਤਾਬਾਈ। ਔਰ ਉਸੇ ਟਾਈਮ ਤੇ ਰੰਕਾ ਬੰਕਾ ਹੋਏ ਨੇ। ਇੱਕ ਗੋਰਾ ਕੁਮਹਾਰ ਦਾ ਨਾਮ ਆਂਦਾ, ਉਹ ਵੀ ਉਸ ਟਾਈਮ ਦਾ ਭਗਤ ਹੋਇਆ। ਤੇ ਉਹ ਜਿਹੜਾ ਰੰਕਾ ਬੰਕਾ ਸੀ ਉਹ ਇੰਨੀ ਭਗਤੀ ਕਰਦੇ ਸੀ, ਤੇ ਨਾਮਦੇਵ ਜੀ ਨੂੰ ਹੋਇਆ ਕਿ ਐਸਾ ਕਿਹੜਾ ਭਗਤ ਹੈ ਜਿਹੜਾ ਮੇਰੇ ਤੋਂ ਵੀ ਜ਼ਿਆਦਾ ਭਗਤੀ ਕਰਦਾ, ਪਰਮਾਤਮਾ ਦੌੜ ਕੇ ਚਲਾ ਜਾਂਦਾ। ਤੇ ਉਹਨਾਂ ਨੇ ਪਰਮਾਤਮਾ ਨੂੰ ਕਿਹਾ ਮੈਂ ਵੀ ਮਿਲਣਾ ਚਾਹਨਾ ਉਹਨਾਂ ਨੂੰ। ਤੇ ਪਰਮਾਤਮਾ ਨੇ ਦੱਸਿਆ ਕਿ ਉਸ ਜਗ੍ਹਾ ਤੇ ਰਹਿੰਦੇ ਨੇ, ਤੂੰ ਚਲਾ ਜਾ, ਮਿਲਿਆ। ਜਿਸ ਵੇਲੇ ਨਾਮਦੇਵ ਜੀ ਗਏ, ਨਾਮਦੇਵ ਜੀ ਦੇ ਮਨ ਵਿੱਚ ਆਏ ਕਿ ਉਹ ਤੇ ਪਤਾ ਨਹੀਂ ਕਿੰਨੀ ਭਗਤੀ ਕਰ ਰਹੇ ਹੋਣਗੇ, ਸਮਾਧੀ ਸਥਿਤੀ 'ਚ ਬੈਠੇ ਹੋਣਗੇ, ਤੇ ਕਿਸ ਤਰ੍ਹਾਂ ਮੈਂ ਮਿਲਾਂਗਾ ਜਾ ਕੇ। ਉੱਥੇ ਗਏ ਤੇ ਉਹ ਕੁਝ ਪੀਸ ਰਹੇ ਸੀ ਸਿਲਵੱਟੇ ਤੇ ਨਾਮਦੇਵ ਜੀ ਬੜੇ ਹੈਰਾਨ ਹੈ। ਉਹ ਕਹਿਣ ਲੱਗੇ ਕਿ ਤੁਸੀਂ ਇਹ ਸੰਸਾਰੀ ਕੰਮਾਂ 'ਚ ਲੱਗੇ ਹੋ, ਮੈਂ ਤਾਂ ਸਮਝਿਆ ਤੁਸੀਂ ਬੜੀ ਭਗਤੀ ਕਰਦੇ ਹੋ, ਤੁਸੀਂ ਤੇ ਸੰਸਾਰੀ ਕੰਮਾਂ 'ਚ ਲੱਗੇ ਹੋਏ ਹੋ, ਤੇ ਇਹ ਤੁਸੀਂ ਕੀ ਕਰ ਰਹੇ ਹੋ, ਕੀ ਪੀਸ ਰਹੇ ਹੋ। ਤੇ ਉਹ ਜਿਹੜੇ ਰੰਕਾ ਬੰਕਾ ਸੀ ਉਹਨਾਂ ਨੇ ਕਿਹਾ ਕਿ ਇੱਕ ਮੂਰਖ ਭਗਤ ਹੋਇਆ ਨਾਮਦੇਵ, ਤੇ ਉਹਨੂੰ ਜਿਸ ਵੇਲੇ ਮੰਦਿਰ 'ਚੋਂ ਕੱਢਿਆ ਤੇ ਰੋ ਰੋ ਕੇ ਉਹਨੇ ਪਰਮਾਤਮਾ ਨੂੰ ਬੁਲਾ ਲਿਆ, ਤੇ ਪਰਮਾਤਮਾ ਨੇ ਮੰਦਿਰ ਘੁਮਾਇਆ
ਆਪਣੇ ਮੋਢੇ ਤੇ ਚੁੱਕ ਕੇ, ਤੇ ਉਹ ਜ਼ਖਮ ਹੋ ਗਿਆ ਪਰਮਾਤਮਾ ਦੇ ਮੋਢੇ ਤੇ ਪਰਮਾਤਮਾ ਨੂੰ ਉੱਥੇ ਮਰਮ ਲਗਾ ਲਈ, ਅਸੀਂ ਦਵਾਈ ਬਣਾ ਰਹੇ ਹਾਂ। ਤੇ ਨਾਮਦੇਵ ਜੀ ਤੇ ਹੈਰਾਨ ਹੋ ਗਏ ਕਿ ਮੈਨੂੰ, ਉਹਨਾਂ ਨੇ ਕਿਹਾ ਮੈਂ ਹੀ ਨਾਮਦੇਵ ਹਾਂ, ਤੇ ਹੈਰਾਨ ਹੋ ਗਏ ਕਿ ਇਹ ਐਸੇ ਭਗਤ ਨੇ। ਤੇ ਉਹਨਾਂ ਨੇ ਫਿਰ ਕਿਹਾ ਕਿ ਨਾਮਦੇਵ ਜੀ ਨੇ ਕਿਹਾ ਕਿ ਮੈਨੂੰ ਦੱਸੋ ਮੈਂ ਕੀ ਕਰਾਂ। ਤੇ ਉਹ ਕਹਿਣ ਲੱਗੇ ਤੈਨੂੰ ਜਰਾ ਵੀ ਕੁਝ ਹੁੰਦਾ ਤੂੰ ਰੋ ਰੋ ਕੇ ਪਰਮਾਤਮਾ ਨੂੰ ਬੁਲਾਉਣ ਲੱਗ ਜਾਂਦਾ ਹੈ। ਜੇ ਪਰਮਾਤਮਾ ਨੇ ਰੱਖਿਆ ਕਰਨੀ ਹੈ, ਉਹਨੇ ਭਗਤ ਦੀ ਰੱਖਿਆ ਕਰਨ ਆ ਹੀ ਜਾਣਾ, ਤੇ ਤੂੰ ਸਹਿੰਦਾ ਕਿਉਂ ਨਹੀਂ ਕੋਈ ਵੀ ਚੀਜ਼। ਜਰਾ ਜੇ ਤੈਨੂੰ ਕੋਈ ਕੁਝ ਕਹਿੰਦਾ ਹੈ ਤੇ ਤੂੰ ਰੋ ਰੋ ਕੇ ਪਰਮਾਤਮਾ ਨੂੰ ਬੁਲਾਉਣ ਲੱਗ ਜਾਂਦਾ ਹੈ। ਤੇ ਪਰਮਾਤਮਾ ਨੂੰ ਕਿੰਨਾ ਭੱਜ ਭੱਜ ਕੇ ਆਣਾ ਪੈਂਦਾ। ਤੇ ਫਿਰ ਉੱਥੋਂ ਨਾਮਦੇਵ ਜੀ ਨੂੰ ਸਮਝ ਆਈ ਕਿ ਜੋ ਹੋ ਰਿਹਾ ਉਹਨੂੰ ਸਵੀਕਾਰ ਕਰਨਾ ਹੈ, ਉਹਨੂੰ ਬਦਲਣੇ ਦੇ ਵਾਸਤੇ ਪਰਮਾਤਮਾ ਨੂੰ ਨਹੀਂ ਬੁਲਾਣਾ ਬਾਰ-ਬਾਰ ਕਿ ਇਹਨੂੰ ਬਦਲ। ਜੇ ਬਦਲਣਾ ਤੇ ਪਰਮਾਤਮਾ ਆਪੇ ਹੀ ਬਦਲ ਦੇਗਾ। ਤੇ ਰੰਕਾ ਬੰਕਾ ਬਹੁਤ ਹੀ ਭਗਤ ਹੋਏ ਨੇ ਜਿਨ੍ਹਾਂ ਦੀਆਂ ਬਹੁਤ ਸਾਖੀਆਂ ਨੇ ਜਿਨ੍ਹਾਂ ਦੀਆਂ, ਲੇਕਿਨ ਇਹ ਕਿਉਂਕਿ ਨਾਮਦੇਵ ਜੀ ਨਾਲ ਸੰਬੰਧਿਤ ਸੀ ਤੇ ਇੱਥੇ ਮੈਂ ਲਈ। ਤੇ ਸੱਜਣ ਸੰਗਤ, ਤੇ ਜਿਸ ਵੇਲੇ ਅਸੀਂ ਦੇਖਨੇ ਆ ਕਿ ਜਿਹੜੇ ਸੱਜਣ ਜਨ ਬੈਠ ਕੇ ਸਤਸੰਗ ਕਰ ਰਹੇ ਨੇ, ਤੇ ਉਹਨਾਂ ਵਿੱਚ ਐਸੇ ਵੀ ਮਹਾਂਪੁਰਸ਼ ਨੇ ਜਿਹੜੇ ਕਿੰਨੀ ਉੱਚੀ ਅਵਸਥਾ ਪ੍ਰਾਪਤ ਕਰ ਚੁੱਕੇ ਨੇ, ਤੇ ਸਾਡਾ ਹੰਕਾਰ ਫਿਰ ਘੱਟ ਹੋ ਜਾਂਦਾ ਹੈ। ਤੇ ਐਸੇ ਤਰ੍ਹਾਂ ਗਿਆਨਦੇਵ ਜੀ, ਏਕਨਾਥ ਮੁਕਤਾ ਬਾਈ ਔਰ ਇਹ ਸਾਰੇ ਬੈਠ ਕੇ ਸਤਸੰਗ ਕਰ ਰਹੇ ਨੇ, ਨਾਮਦੇਵ ਜੀ ਵੀ ਉੱਥੇ ਬੈਠੇ ਹੋਏ ਨੇ। ਤੇ ਗਿਆਨਦੇਵ ਜੀ ਨੇ ਕਿਹਾ ਗੋਰਾ ਜਿਹੜਾ ਕੁਮਹਾਰ ਹੈ ਉਹ ਵੀ ਭਗਤ ਹੈ, ਤੇ ਉਹਨੂੰ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਤੇਰੇ ਘੜੇ ਨੇ, ਤੇ ਤੂੰ ਇਹ ਵੇਖ ਜਿਹੜੇ ਤੇਰੇ ਘਰ ਘੜੇ ਅੱਜ ਆਏ ਨੇ ਇਹ ਪੱਕੇ ਨੇ ਕਿ ਕੱਚੇ ਨੇ। ਤੇ ਹੁਣ ਉਹ ਜਿਹੜਾ ਗੋਰਾ ਕੁਮਹਾਰ ਸੀ ਉਹ ਸਮਝ ਗਿਆ ਕਿ ਗਿਆਨਦੇਵ ਜੀ ਮੈਨੂੰ ਕੀ ਕਹਿ ਰਹੇ ਨੇ, ਕਿ ਇਹ ਜਿਹੜੇ ਸੰਤ ਆ ਕੇ ਬੈਠੇ ਨੇ ਇਹ ਤੂੰ ਦੇਖ ਹੈ ਕੱਚੇ ਨੇ ਕਿ ਪੱਕੇ ਨੇ। ਤੇ ਉਹਨਾਂ ਨੇ ਇੱਕ ਛੜੀ ਲਈ ਤੇ ਸਾਰਿਆਂ ਦੇ ਸਿਰ ਤੇ ਛੜੀ ਮਾਰੀ ਔਰ ਕਿਹਾ ਇਹ ਪੱਕਾ ਹੈ, ਇਹ ਪੱਕਾ ਹੈ, ਇਹ ਪੱਕਾ ਹੈ। ਜਿਸ ਵੇਲੇ ਨਾਮਦੇਵ ਜੀ ਕੋਲ ਪਹੁੰਚੇ ਤੇ ਨਾਮਦੇਵ ਜੀ ਦੇ ਸਿਰ ਤੇ ਛੜੀ ਲਗਾਈ ਤੇ ਕਿਹਾ ਇਹ ਕੱਚਾ ਹੈ। ਤੇ ਨਾਮਦੇਵ ਜੀ ਨੂੰ ਬੜਾ ਮਨ ਵਿੱਚ ਲੱਗਾ ਕਿ ਮੈਨੂੰ ਕੱਚਾ ਕਹਿ ਰਿਹਾ, ਮੈਂ ਤੇ ਪਰਮਾਤਮਾ ਦੀ ਇੰਨੀ ਭਗਤੀ ਕਰਨ ਵਾਲਾ ਮੈਨੂੰ ਕੱਚਾ ਕਹਿ ਰਿਹਾ, ਇਹ ਤੇ ਠੀਕ ਨਹੀਂ ਹੈ। ਫਿਰ ਉਹ ਗਏ ਪਰਮਾਤਮਾ ਕੋਲ, ਬਿਠਲ ਬਿਠਲ ਕਰਕੇ ਕਹਿਣ ਲੱਗੇ ਕਿ ਮੇਰਾ ਅੱਜ ਬੜਾ ਮਨ ਖਰਾਬ ਹੋਇਆ ਕਿ ਮੈਨੂੰ ਤੇ ਉਹਨਾਂ ਨੇ ਕੱਢ ਦਿੱਤਾ ਕਿ ਇਹ ਤੇ ਕੱਚਾ ਭਗਤ ਹੈ, ਹੁਣ ਮੈਂ ਕੀ ਕਰਾਂ। ਮੇਰੀ ਬਹੁਤ ਜਿਹਨੂੰ ਅਸੀਂ ਕਹਿੰਦੇ ਆ ਕਿ ਬੇਇੱਜ਼ਤੀ ਹੋਈ ਹੈ। ਤੇ ਵਿਠਲ ਭਗਵਾਨ ਪ੍ਰਗਟ ਹੋਏ ਤੇ ਉਹਨਾਂ ਨੇ ਕਿਹਾ ਕਿ ਤੂੰ ਗੁਰੂ ਕਰ ਕੋਈ ਆਪਣਾ। ਤੇ ਉਹ ਕਹਿਣ ਲੱਗੇ ਕਿਉਂ, ਤੁਸੀਂ ਜਦ ਪਰਮਾਤਮਾ ਮੇਰੇ ਨਾਲ ਹੈ ਤੇ ਮੈਨੂੰ ਗੁਰੂ ਦੀ ਕੀ ਜ਼ਰੂਰਤ ਹੈ। ਦੇਖੋ ਇੱਥੇ ਬਹੁਤ ਬਾਰੀਕੀ ਦੀਆਂ ਗੱਲਾਂ ਨੇ ਕਿ ਸਾਨੂੰ ਗੁਰੂ ਅਸੀਂ ਕਿਸੇ ਨੂੰ ਕਰਨੇ ਆ, ਸਾਨੂੰ ਗੁਰੂ ਦਾ ਵੀ ਇੰਨਾ ਹੰਕਾਰ ਹੋ ਜਾਂਦਾ ਕਿ ਸਾਡਾ ਗੁਰੂ ਬਸ ਪੂਰਾ, ਸਾਨੂੰ ਤੇ ਕਿਸੇ ਹੋਰ ਦੀ ਲੋੜ ਹੀ ਨਹੀਂ ਹੈ। ਲੇਕਿਨ ਇਹ ਸੱਜਣ ਸੰਗਤ ਦੀ ਬਹੁਤ ਮਹਾਨਤਾ ਹੈ, ਅਸੀਂ ਨਹੀਂ ਜਾਣਦੇ ਕਿ ਕੌਣ ਕਿੱਥੇ ਪਹੁੰਚਿਆ ਹੋਇਆ। ਤੇ ਇੱਥੇ ਪਰਮਾਤਮਾ ਕਹਿ ਰਿਹਾ, ਵਿਠਲ ਭਗਵਾਨ ਕਹਿ ਰਹੇ ਨੇ ਨਾਮਦੇਵ ਜੀ ਨੂੰ ਕਿ ਤੂੰ ਜਾ ਕੇ ਗੁਰੂ ਕਰ। ਤੇ ਉਹ ਫਿਰ ਨਾਮਦੇਵ ਜੀ ਕਹਿ ਰਹੇ ਮੈਨੂੰ ਗੁਰੂ ਦੀ ਕੀ ਲੋੜ ਹੈ। ਉਹ ਕਹਿ ਰਹੇ ਕਿ ਨਹੀਂ, ਜਿਸ ਵੇਲੇ ਮੈਂ ਰਾਮ ਦਾ ਅਵਤਾਰ ਲਿਆ ਔਰ ਕ੍ਰਿਸ਼ਨ ਦਾ ਅਵਤਾਰ ਲਿਆ, ਮੈਂ ਵੀ ਵਸ਼ਿਸ਼ਟ ਜੀ ਨੂੰ ਔਰ ਸੰਦੀਪਨ ਨੂੰ ਗੁਰੂ ਕੀਤਾ ਔਰ ਉਹਨਾਂ ਕੋਲ ਅਧਿਆਤਮਿਕ ਗਿਆਨ ਲਿਆ, ਤੇ ਗੁਰੂ ਕਰਨਾ ਪਏਗਾ ਤੈਨੂੰ, ਤੂੰ ਜਾ ਕੇ ਗੁਰੂ ਕਰ। ਤੇ ਨਾਮਦੇਵ ਜੀ ਕਹਿ ਰਹੇ ਮੈਨੂੰ ਤੇ ਨਹੀਂ ਪਤਾ ਮੈਂ ਕਿਹਨੂੰ ਗੁਰੂ ਕਰਾਂ। ਤੇ ਉਹਨਾਂ ਨੇ ਕਿਹਾ ਇੱਥੇ ਮਲਕਾ ਅਰਜੁਨ ਮੰਦਿਰ ਹੈ, ਉਹਦੇ ਵਿੱਚ ਵਿਸ਼ੋਭਾ ਨਾਮ ਦੇ ਇੱਕ ਰਹਿੰਦੇ ਨੇ ਸੰਤ, ਤੇ ਤੂੰ ਉਹਨਾਂ ਨੂੰ ਜਾ ਕੇ ਗੁਰੂ ਕਰ। ਨਾਮਦੇਵ ਜੀ ਚਲੇ ਗਏ ਗੁਰੂ ਕਰਨ ਉਹਨਾਂ ਨੂੰ। ਉੱਥੇ ਜਾ ਕੇ ਦੇਖਿਆ ਤੇ ਉਹ ਸ਼ਿਵਲਿੰਗ ਦੇ ਉੱਤੇ ਪੈਰ ਰੱਖ ਕੇ ਸੁੱਤੇ ਹੋਏ ਸੀ। ਤੇ ਨਾਮਦੇਵ ਜੀ ਨੂੰ ਬੜਾ ਗੁੱਸਾ ਆਇਆ ਕਿ ਇਹ ਗੁਰੂ ਕਰਾਂ ਇਹਨਾਂ ਨੂੰ, ਮੈਂ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਸ਼ਿਵਲਿੰਗ ਉੱਤੇ ਪੈਰ ਰੱਖ ਕੇ ਸੁੱਤੇ ਹੋਏ ਨੇ। ਤੇ ਉਹਨਾਂ ਨੇ ਗੁੱਸੇ 'ਚ ਕਿਹਾ ਕਿ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਸ਼ਿਵਲਿੰਗ ਉੱਤੇ ਪੈਰ ਰੱਖ ਕੇ ਸੁੱਤੇ ਹੋ, ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਤੇ ਉਹ ਜਿਹੜੇ ਵਿਸ਼ੋਭਾ ਜੀ ਸੀ ਉਹਨਾਂ ਨੇ ਕਿਹਾ ਕਿ ਅੱਛਾ ਹਾਂ ਇਹ ਤੇ ਗਲਤ ਹੈ, ਤੂੰ ਇੰਜ ਕਰ, ਤੂੰ ਮੇਰੇ ਪੈਰ ਹਟਾ ਦੇ, ਦੂਜੀ ਜਗ੍ਹਾ ਰੱਖ ਦੇ ਘੁਮਾ ਕੇ। ਤੇ ਉਹ ਜਿਸ ਵੇਲੇ ਨਾਮਦੇਵ ਜੀ ਨੇ ਉਹਨਾਂ ਦੇ ਪੈਰ ਘੁਮਾਏ ਦੂਜੀ ਜਗ੍ਹਾ ਤੇ ਉੱਥੇ ਵੀ ਸ਼ਿਵਲਿੰਗ ਆ ਗਿਆ। ਜਿਸ ਪਾਸੇ ਉਹਨਾਂ ਦੇ ਪੈਰ ਕਰਨ ਉੱਥੇ ਸ਼ਿਵਲਿੰਗ ਆ ਜਾਏ। ਫਿਰ ਨਾਮਦੇਵ ਜੀ ਨੂੰ ਸਮਝ ਆਈ ਕਿ ਪਰਮਾਤਮਾ ਹਰ ਜਗ੍ਹਾ ਹੈ। ਉਹ ਜਿਹੜੀ ਉਹਨਾਂ ਦੇ ਮਨ ਵਿੱਚ ਦੁਵਿਧਾ ਸੀ, ਉਹ ਜਿਹੜਾ ਉਹਨਾਂ ਦਾ ਮਨ ਜਿਹੜਾ ਹੈ ਉਹ ਡੁਐਲਿਟੀ ਵਿੱਚ ਸੀ ਕਿ ਕਿਸੇ ਵਿੱਚ ਪਰਮਾਤਮਾ ਦਿਖ ਰਿਹਾ, ਕਿਸੇ 'ਚ ਨਹੀਂ ਦਿਖ ਰਿਹਾ। ਲੇਕਿਨ ਫਿਰ ਉਹਨਾਂ ਨੂੰ ਇਹ ਸਮਝ ਆ ਗਈ ਕਿ ਗੁਰੂ ਕਿੰਨਾ ਜ਼ਰੂਰੀ ਹੈ, ਗੁਰੂ ਦਾ ਗਿਆਨ, ਗੁਰੂ ਧਾਰਨ ਕਰਨਾ, ਕਿਉਂਕਿ ਗੁਰੂ ਨੂੰ ਪਤਾ ਲੱਗਦਾ ਹੈ ਕਿ ਸਾਡੇ ਮਨ ਦੀ ਅਵਸਥਾ ਕੀ ਹੈ। ਕਿਧਰੇ ਅਸੀਂ ਹੰਕਾਰ ਵਿੱਚ ਤੇ ਨਹੀਂ ਜਾ ਰਹੇ, ਈਰਸ਼ਾ ਵਿੱਚ ਤੇ ਨਹੀਂ ਜਾ ਰਹੇ, ਤੇ ਗੁਰੂ ਫਿਰ ਸਾਨੂੰ ਉਹ ਰਸਤਾ ਦਿਖਾਉਂਦਾ ਉੱਥੋਂ ਨਿਕਲਣੇ ਦਾ। ਤੇ ਨਾਮਦੇਵ ਜੀ ਨੇ ਫਿਰ ਵਿਸ਼ੋਭਾ ਜੀ ਜਿਹੜੇ ਸੀ ਉਹਨਾਂ ਨੂੰ ਗੁਰੂ ਕੀਤਾ ਔਰ ਉਹਨਾਂ ਦੇ ਮਨ ਦਾ ਜਿਹੜੀ ਇਹ ਦੁਵਿਧਾ ਸੀ ਉਹ ਦੂਰ ਹੋ ਗਈ। ਹੁਣ ਹਰ ਇੱਕ ਸੰਤ ਨੇ ਇਹ ਕਿਹਾ ਹੈ ਕਿ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ। ਮੂਰਤੀ ਪੂਜਾ ਜਿਹੜੀ ਅਸੀਂ ਕਰਨੇ ਆ, ਕਰਮ ਕਾਂਡ ਕਰਨੇ ਆ, ਸਾਡੇ 'ਚ ਕੋਈ ਭਾਵ ਨਹੀਂ ਹੁੰਦਾ ਪੂਜਾ ਕਰਨ ਦਾ, ਲੇਕਿਨ ਅਸੀਂ ਇੱਕ ਰੀਤੀ ਰਿਵਾਜ ਦੇ ਅਨੁਸਾਰ ਪੂਜਾ ਕਰਨੇ ਆ। ਮਨ ਕਿਧਰੇ ਹੋਰ ਹੁੰਦਾ, ਪੂਜਾ ਕਿਧਰੇ ਹੋਰ ਹੋ ਰਹੀ ਹੁੰਦੀ ਹੈ।
ਤੇ ਇਹ ਇੱਕ ਸ਼ਬਦ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਉਹ ਕਹਿ ਰਹੇ ਨੇ ਕਿ ਨਾਮਦੇਵ ਜੀ ਕਹਿ ਰਹੇ ਨੇ, ਮੈਨੂੰ ਇਹ ਦੱਸੋ ਲੋਕੋ ਕਿ ਇੱਕ ਪੱਥਰ ਦੇ ਉੱਤੇ ਪੈਰ ਰੱਖ ਕੇ ਤੁਸੀਂ ਮੂਰਤੀ ਬਣਾਉਂਦੇ ਹੋ, ਉਹਨੂੰ ਘੜਦੇ ਹੋ, ਔਰ ਜਿਹੜਾ ਦੂਜਾ ਪੱਥਰ ਹੈ ਉਹਦੇ ਉੱਤੇ ਤੁਸੀਂ ਵੈਸੇ ਹੀ ਚੱਲਦੇ ਹੋ, ਕਿ ਅਗਰ ਉਸ ਪੱਥਰ ਵਿੱਚ ਪਰਮਾਤਮਾ ਹੈ ਤੇ ਦੂਜੇ ਪੱਥਰ 'ਚ ਪਰਮਾਤਮਾ ਨਹੀਂ ਹੈ। ਤੇ ਇਹ ਜਿਹੜੀ ਤੁਸੀਂ ਮੂਰਤੀ ਬਣਾ ਕੇ ਆਪ ਹੀ ਤੁਸੀਂ ਬਣਾਈ, ਆਪ ਹੀ ਤੁਸੀਂ ਉਸ ਮੂਰਤੀ ਨੂੰ ਮੰਦਿਰ 'ਚ ਪ੍ਰਸਥਾਪਿਤ ਕੀਤਾ, ਆਪ ਹੀ ਤੁਸੀਂ ਉਹਦੇ 'ਚ ਪ੍ਰਾਣ ਪ੍ਰਤਿਸ਼ਠਾ ਕੀਤੀ, ਔਰ ਆਪ ਹੀ ਤੁਸੀਂ ਉਹਨੂੰ ਰੱਬ ਮੰਨ ਲਿਆ, ਤੇ ਬਾਕੀ ਜਿਹੜੇ ਪੱਥਰ ਨੇ ਕਿ ਉਹਨਾਂ ਵਿੱਚ ਰੱਬ ਨਹੀਂ ਹੈ? ਪ੍ਰਸ਼ਨ ਕਰਦੇ ਨੇ। ਔਰ ਫਿਰ ਉਹ ਕਹਿੰਦੇ ਨੇ ਕਿ ਹਰ ਇੱਕ ਦੇ ਅੰਦਰ ਪਰਮਾਤਮਾ ਹੈ। ਅਗਰ ਉਸ ਪੱਥਰ 'ਚ ਪਰਮਾਤਮਾ ਹੈ ਤੇ ਇਸ ਪੱਥਰ 'ਚ ਵੀ ਪਰਮਾਤਮਾ ਹੈ। ਅਗਰ ਸਾਨੂੰ ਕਿਸੇ ਵਿੱਚ ਦਿਸਦਾ, ਕਿਸੇ ਵਿੱਚ ਨਹੀਂ ਦਿਸਦਾ, ਤੇ ਅਜੇ ਅਸੀਂ ਪਰਮਾਤਮਾ ਦੇ ਰਸਤੇ ਤੋਂ ਬਹੁਤ ਦੂਰ ਆ। ਔਰ ਸਾਡੇ ਨਾਲ ਇੰਝ ਹੀ ਹੁੰਦਾ, ਸਾਨੂੰ ਜਿਹੜਾ ਸਾਨੂੰ ਪਿਆਰਾ ਲੱਗਦਾ ਹੈ ਉਹਨੂੰ ਤੇ ਅਸੀਂ ਕਹਿ ਸਕਦੇ ਹਾਂ ਕਿ ਹਾਂ ਇਹ ਪਰਮਾਤਮਾ ਦਾ ਰੂਪ ਹੈ, ਤੇ ਜਿਹੜਾ ਸਾਨੂੰ ਪਰੇਸ਼ਾਨ ਕਰਦਾ ਹੈ, ਜਿਹੜਾ ਸਾਨੂੰ ਤੰਗ ਕਰਦਾ ਹੈ, ਤੇ ਸਾਨੂੰ ਲੱਗਦਾ ਹੈ ਕਿ ਇਹ ਥੋੜੀ ਪਰਮਾਤਮਾ ਹੈ। ਤੇ ਸਾਨੂੰ ਉਹ ਪਰਮਾਤਮਾ ਸਾਡੀ ਮਰਜ਼ੀ ਨਾਲ ਦਿਖਾਈ ਦਿੰਦਾ ਹੈ ਕਿਸੇ ਵਿੱਚ, ਔਰ ਕਿਸੇ ਵਿੱਚ ਦਿਖਾਈ ਨਹੀਂ ਦਿੰਦਾ ਸਾਨੂੰ। ਜ਼ਿਆਦਾਤਰ ਤੇ ਸਾਨੂੰ ਦਿਖਾਈ ਦਿੰਦਾ ਹੀ ਨਹੀਂ। ਬਸ ਜਿਹੜਾ ਸਾਨੂੰ ਚੰਗਾ ਲੱਗਦਾ ਅਸੀਂ ਉਹਦੇ ਨਾਲ ਪਿਆਰ ਕਰਨੇ ਆ, ਲੇਕਿਨ ਇਹ ਸਮਝ ਕੇ ਵੀ ਪਿਆਰ ਨਹੀਂ ਕਰਦੇ ਕਿ ਉਹਦੇ ਅੰਦਰ ਪਰਮਾਤਮਾ ਹੈ। ਤੇ ਉਹ ਮੂਰਤੀ ਪੂਜਾ ਦਾ ਹਰ ਜਗ੍ਹਾ ਤੇ ਹਰ ਭਗਤ ਸੰਤ ਨੇ ਕਿਹਾ ਕਿ ਮੂਰਤੀ ਪੂਜਾ, ਫੁੱਲ ਤੋੜ ਕੇ, ਮਾਲਾ ਬਣਾ ਕੇ, ਦੁੱਧ ਪਿਲਾ ਕੇ ਪਰਮਾਤਮਾ ਨੂੰ ਭੋਗ ਲਗਾ ਕੇ, ਜਾਂ ਅਗਰਬੱਤੀ ਦਾ ਭੋਗ ਲਗਾ ਕੇ, ਸਭ ਕੁਝ ਤੇ ਪਹਿਲੇ ਹੀ ਭੋਗ ਲੱਗਾ ਹੋਇਆ ਪਰਮਾਤਮਾ ਨੂੰ, ਤੇ ਤੁਸੀਂ ਨਵਾਂ ਭੋਗ ਕੀ ਲਗਾ ਰਹੇ ਹੋ? ਤੇ ਪਰਮਾਤਮਾ ਨੇ ਪਹਿਲੇ ਹੀ ਹਰ ਚੀਜ਼ ਦਾ ਸਵਾਦ ਔਰ ਖੁਸ਼ਬੂ ਲੈ ਲਈ। ਅੱਜ ਅਸੀਂ ਵਨਸ ਦੀ ਗੱਲ ਕਰਨੇ ਆ, ਤੇ ਇੱਥੇ ਨਾਮਦੇਵ ਜੀ ਨੇ ਉਹ ਵਨਸ ਜੀ ਕੇ ਦਿਖਾਈ, ਤਾਂ ਹੀ ਉਹਨਾਂ ਦੇ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੇ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਭਗਤਾਂ ਦੀ ਬਾਣੀ ਹੈ, ਹਰ ਇੱਕ ਭਗਤ ਦੀ ਬਾਣੀ ਦੇ ਸ਼ੁਰੂਆਤ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੰਨਾ ਉਹਨਾਂ ਨੂੰ ਆਦਰ ਸਨਮਾਨ ਦਿੱਤਾ ਕਿ ਲਿਖਿਆ ਬਾਣੀ ਭਗਤ ਨਾਮਦੇਵ ਜੀਓ ਕੀ, ਜੀਓ ਲਗਾਇਆ ਉਹਨਾਂ ਦੇ ਨਾਲ, ਬਾਣੀ ਭਗਤ ਕਬੀਰ ਜੀਓ ਕੀ। ਇੰਨਾ ਉਹਨਾਂ ਨੂੰ ਆਦਰ ਸਨਮਾਨ ਦਿੱਤਾ ਕਿ ਅਗਰ ਗੁਰੂਆਂ ਦੇ ਸ਼ਬਦ ਨੇ ਤੇ ਲਿਖਿਆ ਜਾਂਦਾ ਹੈ ਕਿ ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਦੂਜੀ, ਲੇਕਿਨ ਜਿੱਥੇ ਭਗਤਾਂ ਦੇ ਸ਼ਬਦ ਆਉਂਦੇ ਨੇ ਉੱਥੇ ਲਿਖਿਆ ਉੱਥੇ ਆਉਂਦਾ ਹੈ ਬਾਣੀ ਭਗਤ ਨਾਮਦੇਵ ਜੀਓ ਕੀ, ਬਾਣੀ ਭਗਤ ਕਬੀਰ ਜੀਓ ਕੀ। ਕਿਉਂਕਿ ਉਹਨਾਂ ਸੰਤਾਂ ਨੇ ਉਹ ਪਰਮਾਤਮਾ ਨੂੰ ਪਾਇਆ, ਆਪਣੇ ਅੰਦਰੋਂ ਪ੍ਰਗਟ ਕੀਤਾ, ਔਰ ਉਹ ਸਾਰੇ ਪਰਮਾਤਮਾ ਦੇ ਗੁਣ ਉਹਨਾਂ ਦੇ ਅੰਦਰ ਆਏ। ਤੇ ਨਾਮਦੇਵ ਜੀ ਇੱਕ ਵਾਰੀ ਰੋਟੀ ਬਣਾ ਰਹੇ ਸੀ ਤੇ ਕੁੱਤਾ ਆਇਆ ਔਰ ਰੋਟੀ ਲੈ ਕੇ ਦੌੜ ਗਿਆ, ਤੇ ਨਾਮਦੇਵ ਜੀ ਉਹਦੇ ਪਿੱਛੇ ਪਿੱਛੇ ਦੌੜੇ, ਵਿਠਲ ਵਿਠਲ ਕਹਿ ਕੇ ਕਿ ਸੁੱਕੀਆਂ ਰੋਟੀਆਂ ਨਹੀਂ ਖਾਓ, ਮੇਰੇ ਪਰਮਾਤਮਾ ਘਿਓ ਤੇ ਲਗਾ ਲਓ। ਉਹ ਘਿਓ ਦਾ ਡੱਬਾ ਲੈ ਕੇ ਪਿੱਛੇ ਪਿੱਛੇ ਭੱਜੇ ਔਰ ਕਹਿਣ ਲੱਗੇ ਤੁਸੀਂ ਦੌੜ ਰਹੇ ਹੋ, ਤੁਹਾਡੇ ਪੈਰ ਇੰਨੇ ਕੋਮਲ ਨੇ, ਤੇ ਤੁਸੀਂ ਆਰਾਮ ਨਾਲ ਬੈਠ ਕੇ ਕਿਉਂ ਨਹੀਂ ਰੋਟੀ ਖਾਂਦੇ? ਤੇ ਉਹਨਾਂ ਨੇ ਉਹ ਕੁੱਤੇ ਨੂੰ ਗੋਦੀ ਵਿੱਚ ਲੈ ਕੇ ਉਹਨੂੰ ਘਿਓ ਲਗਾ ਕੇ ਰੋਟੀ ਖਵਾਈ ਕਿ ਮੇਰਾ ਵਿਠਲ ਰੋਟੀ ਖਾ ਰਿਹਾ। ਤੇ ਲੋਕ ਦੇਖ ਕੇ ਹੈਰਾਨ ਹੋ ਗਏ, ਤੇ ਉਹਨਾਂ ਨੇ ਉਹ ਵਨਸ ਜੀ ਕੇ ਦਿਖਾਇਆ। ਇਹ ਖਾਲੀ ਕੋਈ ਟੌਪਿਕ ਨਹੀਂ ਹੈ ਕਿ ਵਨਸ ਅਸੀਂ ਧਿਆਨ ਕਰ ਰਹੇ ਹਾਂ ਤੇ ਵਨਸ ਮੈਡੀਟੇਸ਼ਨ ਹੋ ਗਿਆ। ਜੇ ਸਾਨੂੰ ਆਪਣੇ ਆਸ-ਪਾਸ ਦੇ ਚੀਜ਼ਾਂ ਵਿੱਚ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਉਹ ਵਨਸ ਨਹੀਂ ਦਿਖਾਈ ਦੇ ਰਹੀ, ਤੇ ਫਿਰ ਸਿਰਫ ਸਾਡੇ ਕੋਲ ਥਿਉਰੀ ਹੈ, ਪ੍ਰੈਕਟੀਕਲ ਨਹੀਂ ਹੈ। ਔਰ ਜਿਹੜੇ ਭਗਤ ਨੇ, ਸੰਤ ਨੇ, ਉਹਨਾਂ ਨੇ ਪ੍ਰੈਕਟੀਕਲ ਕੀਤੇ ਨੇ, ਪ੍ਰੈਕਟੀਕਲ ਉਹਨਾਂ ਨੇ ਜੀਵਨ ਚ ਕਰਕੇ ਦਿਖਾਇਆ। ਤੇ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਮੁਹੰਮਦ ਬਿਨ ਤੁਗਲਕ, ਜਿਸ ਵੇਲੇ ਉਹਨੇ ਦੇਖਿਆ ਕਿ ਇੱਕ ਸੰਤ ਨਾਮਦੇਵ ਹੈ, ਉਹਦੀ ਤੇ ਬੜੀ ਪੂਜਾ ਹੁੰਦੀ ਹੈ, ਲੋਕ ਬੜਾ ਉਹਨੂੰ ਪੁੱਛਦੇ ਨੇ, ਤੇ ਮੈਂ ਤੇ ਬਾਦਸ਼ਾਹ ਤੇ ਮੇਰੇ ਕੋਲ ਮੇਰੀ ਇੰਨੀ ਸਨਮਾਨ ਨਹੀਂ ਹੈ। ਤੇ ਉਹਨਾਂ ਨੇ ਫਿਰ ਜਿਹੜੇ ਚੁੱਕਣੇ ਵਾਲੇ ਲੋਕ ਹੁੰਦੇ ਨੇ, ਉਹਨਾਂ ਨੇ ਕਿਹਾ ਕਿ ਹਾਥੀ ਨੂੰ ਸ਼ਰਾਬ ਪਿਲਾ ਕੇ ਤੇ ਨਾਮਦੇਵ ਨੂੰ ਕਹੋ ਕਿ ਉਹ ਰਾਮ ਰਾਮ ਕਹਿਣਾ ਛੱਡੇ ਤੇ ਅੱਲਾ ਅੱਲਾ ਕਰੇ। ਤੇ ਬਨ ਕੇ ਹਾਥੀ ਦੇ ਸਾਹਮਣੇ ਰਾਮਦੇਵ ਜੀ ਨੂੰ ਰੱਖ ਦਿੱਤਾ ਗਿਆ ਕਿ ਤੂੰ ਅੱਲਾ ਅੱਲਾ ਕਹਿ ਔਰ ਰਾਮ ਰਾਮ ਕਹਿਣਾ ਛੱਡ ਦੇ, ਤੇ ਜੇ ਤੂੰ ਨਹੀਂ ਛੱਡੇਗਾ ਤੇ ਫਿਰ ਤੇਰੇ ਵਾਸਤੇ ਮੌਤ ਤਿਆਰ ਹੈ। ਤੇ ਨਾਮਦੇਵ ਜੀ ਨੇ ਉੱਥੇ ਵੀ ਇੱਕ ਸ਼ਬਦ ਉਚਾਰਨ ਕੀਤਾ ਕਿ ਮੈਂ ਆਪਣੀ ਮਰਜ਼ੀ ਨਾਲ ਅੱਲਾ ਵੀ ਕਹਿ ਸਕਣਾ, ਰਾਮ ਵੀ ਕਹਿ ਸਕਣਾ, ਲੇਕਿਨ ਮੈਂ ਕਿਸੇ ਦੇ ਦਬਾਅ ਵਿੱਚ ਆ ਕੇ, ਮੌਤ ਤੋਂ ਡਰ ਕੇ ਨਹੀਂ ਬਦਲ ਸਕਦਾ। ਮਾਤਾ ਨੇ ਆ ਕੇ ਕਿਹਾ ਕਿ ਛੋੜ ਰਾਮ ਕਿਉਂ ਨਾ ਭਜੇ ਖੁਦਾਏ, ਤੂੰ ਕਹਿੰਦਾ ਰਹਿਣਾ ਖੁਦਾ ਖੁਦਾ, ਵੀ ਮੈਂ ਤੈਨੂੰ ਕਈ ਵਾਰੀ ਸੁਣਿਆ ਤੂੰ ਕਹਿਣਾ, ਤੇ ਹੁਣ ਜਾਨ ਬਚ ਜਾਏਗੀ, ਤੂੰ ਖੁਦਾ ਕਹਿ ਦੇ, ਕੀ ਫਰਕ ਪੈਂਦਾ? ਰਾਮ ਔਰ ਖੁਦਾ ਤੇ ਇੱਕ ਹੀ ਤੂੰ ਕਹਿਣਾ ਹੈ, ਤੇ ਹੁਣ ਵੀ ਤੂੰ ਖੁਦਾ ਕਹਿ ਦੇ। ਤੇ ਉਹ ਕਹਿਣ ਲੱਗੇ ਨਹੀਂ, ਹੁਣ ਨਹੀਂ ਕਵਾਂਗਾ, ਮੈਂ ਆਪਣੀ ਮਸਤੀ ਵਿੱਚ ਕਵਾਂਗਾ, ਲੇਕਿਨ ਮੈਂ ਕਿਸੇ ਦੇ ਦਬਾਅ ਵਿੱਚ ਆ ਕੇ ਕਿ ਇਹ ਮੈਨੂੰ ਮਾਰ ਦੇਗਾ, ਮੇਰੀ ਜਾਨ ਬਚ ਜਾਏ ਔਰ ਮੈਂ ਤਾਂ ਕਰਕੇ ਬਦਲਣਾ, ਮੈਂ ਨਹੀਂ ਬਦਲਾਂਗਾ। ਤੇ ਜਿਸ ਵੇਲੇ ਦੇਖਿਆ
नहीं बदल रहे नामदेव जी, ते फिर उन्होंने हाथी नूं छोड़िया ते हाथी ने आके उन्हां नूं प्रणाम किया। चुक गया हाथी उन्हां दे अगे, हाथी कुछ नहीं बिगाड़ पाया उन्हां दा। और एक उन्हां दा हुशियारपुर काफी समय उन्होंने पंजाब विच नामदेव जी ने बताया, ते उत्थे उन्हां दा तप स्थान है जिन्हों तपियाना साहब कहंदे ने, हुशियारपुर दे नेड़े उत्थे नामदेव जी दा तप स्थान भी है। हुण जे जेड़ा परमात्मा दी भगती च लग जांदा है ते फिर ओदे काम परमात्मा आप करदा है। ते नामदेव जी गए कपड़ा लैके बाजार वेचन, उन्हां दे पिता ने कहा कि तू वेच के ते समान लिया, असी अपनी जिहड़ी है झोंपड़ी है इहनूं ठीक करिए क्योंकि ये वगदी है। ते उत्थे परमात्मा ने किसी रूप लिया और गरीब दा, और कहा कि ये कपड़ा तू मैनू दे दे, मैनू बहुत जरूरत है। ते नामदेव जी ने दे दिता। हुण इधर माता पिता इंतजार कर रहे हैं कि कपड़ा वेच के समान लैके आएंगे, लेकिन नामदेव जी ने तो कपड़ा दे दिता, वैसे ही दे दिता। उत्थे परमात्मा की बंदगी च ध्यान करन बैठ गए, और परमात्मा ने फिर रूप लैके ना एक व्यापारी दा सारा समान उन्होंने घर पहुंचाया। और उन्होंने पिता ने पूछा कि नामदेव कित्थे, आया नहीं? वो कहने लगे नहीं, वो आ रहे ने, उन्होंने वेचिया कपड़ा समान खरीदिया ते वो मैनू क्या घर समान दे के आ, ते मैं उन्होंने आन तक छपड़ी तुहाडी बना देना। ते परमात्मा ने वो छपड़ी बनाई। और जिस वेले नामदेव जी समाधि तो उठे घर आके उन्होंने देखा तो हैरान हो गए कि यह की होया। ते फिर माता पिता ने दसिया कि कोई आया सी, वो छपड़ी बना के गया। ते नामदेव जी नूं पता लग गया कि परमात्मा आप ही आया सी। ते जिहड़ी पड़ोसन सी उन्हें जिस वेले वो देखी छपड़ी ते वो बड़ी हैरान हुई कि इन्नी सोहनी छपड़ी बनाई। ते वो कहन लगी कि मैं तुहाडे तो दुगनी मजदूरी देंगी, केड़ा कारीगर है जिन्हें बनाई है, मैनू ओदा पता दिओ, मैं अपनी बनवानी है। ते नामदेव जी ने उत्थे शब्द उच्चारण किया, बेटी प्रीत मजूरी मांगे जे को छान छवाए हो। जे किसी ने ओदे कोल अपनी छपड़ी बनवानी है ते ओ प्रेम दी मजदूरी मंगदा है। और ओदा प्रेम कैसा है, लोग कुटुंब सबहू ते तोरे तो आपन बेटी आवे हो, फिर ओ ही रह सकदा है, फिर संसार उत्थे नहीं रह सकता, फिर सारे छड़ जांदे ने, रिश्तेदार संबंधी कुटुंब सब छड़ जांदे ने, क्योंकि फिर किसी नाल ओदी गल बात मिलदी ही नहीं, संसारी बंदियां नाल ओदी बैठदी ही नहीं, फिर ते ओ सब ओनू छड़ जांदे ने। ते परमात्मा जे घर आ गया ते फिर परमात्मा ही रह सकदा है हिरदे घर विच, किसी होर दी जगह नहीं है। ते जेड़ा अपना तन मन धन सौंप दिंदा परमात्मा नू कि तू ही एक मेरा, होर कोई मेरा नहीं है, फिर परमात्मा ओदे सारे काम करदा है। ते परमात्मा नू प्रेम दी मजदूरी चाहिदी है, ओनू कोई पैसों नाल नहीं खरीद सकदा, ना कोई पैसे दे के ओदे कोलों काम करा सकदा है। तो यह भी बहुत अच्छा शब्द है, और मैं थोड़ा थोड़ा रेफरेंस लिया ताकि मैं तुहानू होर प्रिंसीपल्स जिहड़े ने वो दस सकां। एक साडे मन च यह बहुत गल है कि असी उत्थे गए, ध्यान सिखाया ते सानू नैगेटिविटी आ गई। मैनू बहुत फोन आते हैं, मैं उत्थे जाके ध्यान सिखाया, उन्हां दी नैगेटिविटी मेरे कोल आ गई, या मैं उस बंदे नू मिलिया, ओहदी नैगेटिविटी आ गई। असी इस चीज़ नू इन्नी इंपॉर्टेंस दिंदे आ कि असी ते ठीक हाँ, दूजियां दी नैगेटिविटी है, ते नैगेटिविटी ते साडे अंदर भी बहुत है। साडी सोच विच नैगेटिविटी है, अगर असी गलत सोच है साडी ते ओ सोच ही साडे दुख दा कारण है, कोई दूजा बंदा साडे दुख दा कारण नहीं है। साडा जिहड़ा डर है कि किसी कोलों नैगेटिविटी आ जाएगी, असी सुनिया कुछ लोग, कुछ मास्टर्स ने कहा कि मैं उत्थे गया, मैं ध्यान सिखाया ते उन्हां दा कुछ मेरे कोल आ गया। हुण साडी चाहे अवस्था है या नहीं, पर असी जिथे भी जावांगे असी डरदे रहांगे कि साडे कोल कुछ ना आ जाए, ओहदी नैगेटिविटी। मैनू बहुत सी है कि दूजियां दी नैगेटिविटी मेरे कोल आ जाती है, और जिस वेले ध्यान विच आई और धीरे धीरे समझ आई तो पता चलिया नैगेटिविटी किसी दी नहीं है, मेरी अपनी है। मैं ही ओनू खिंच रही हाँ, अट्रैक्ट कर रही हाँ नैगेटिविटी नू, क्योंकि मेरी सोच ही गलत है। ते ਜਿਹੜੇ ਪੰਡਤ ਸੀ ਉਹ ਬਹੁਤ ਈਰਸ਼ਾ ਕਰਦੇ ਸੀ ਨਾਮਦੇਵ ਜੀ ਨਾਲ, ਸਾਰੇ ਭਗਤਾਂ ਨਾਲ ਹੀ ਕਰਦੇ ਨੇ। ਤੇ ਉਹਨਾਂ ਨੇ, ਪੰਡਿਤ ਪਰੇਸ਼ਾਨ ਸਨ ਉਹਨਾਂ ਕੋਲੋਂ, ਤੇ ਉਹਨਾਂ ਨੇ ਕਿਹਾ ਕਿ ਇਹਨੂੰ ਇੰਜ ਕਰਨੇ ਆ ਕਿ ਜੰਗਲ ਵਿੱਚ ਇੱਕ ਕੂਆ ਹੈ, ਔਰ ਉਸ ਖੂਹ ਦੇ ਇੱਕ ਬੇਤਾਲ ਰਹਿੰਦਾ ਹੈ, ਪ੍ਰੇਤ ਆਤਮਾ ਰਹਿੰਦੀ ਹੈ, ਤੇ ਉਹ ਅਸੀਂ ਉੱਥੇ ਜਾ ਕੇ ਕੀਰਤਨ ਕਰਨੇ ਆ ਜੰਗਲ ਵਿੱਚ, ਤੇ ਰਾਤੀ ਅਸੀਂ ਨਾਮਦੇਵ ਨੂੰ ਕਹਾਂਗੇ ਕਿ ਸਾਨੂੰ ਪਿਆਸ ਲੱਗੀ ਹੈ ਤੇ ਤੂੰ ਸਾਡੇ ਲਈ ਪਾਣੀ ਲੈ ਕੇ ਆ। ਤੇ ਉਹ ਉਸ खूह ते जाके पानी लियाणगे और प्रेत प्रगट हो जाएगा उथों, जिस वेले ये पानी लैणगे ते नामदेव जी दा काम हो जाएगा अज। ते वो पूरी स्कीम बना के जंगल विच चले गए, नामदेव जी नूं कहण लगे असीं उत्थे भजन कीर्तन करना है, ते नामदेव जी चले गए नाल। अद्धी रात दे टाइम वो कहण लगे कि सानू ते प्यास लगी है, सानू पानी लिया दो।
ਨਾਮਦੇਵ ਜੀ ਕਮੰਡਲ ਲੈ ਕੇ ਪਾਣੀ ਲੈਣ ਚਲੇ ਗਏ। ਜਿਸ ਤਰ੍ਹਾਂ ਹੀ ਉਹਨਾਂ ਨੇ ਖੂਹ ਵਿੱਚ ਕਮੰਡਲ ਸੁੱਟਿਆ, ਪਾਇਆ ਕਮੰਡਲ ਰੱਸੀ ਨਾਲ, ਤੇ ਉਹ ਆਵਾਜ਼ ਨਾਲ ਉਹ ਪ੍ਰੇਤ ਜਿਹੜਾ ਸੀ ਉਹ ਬਾਹਰ ਆ ਗਿਆ। ਇੰਨਾ ਭਿਆਨਕ ਉਹਦਾ ਰੂਪ। ਤੇ ਨਾਮਦੇਵ ਜੀ ਦੀ ਉਹਨੂੰ ਦੇਖ ਕੇ ਲਿਵ ਲੱਗ ਗਈ, ਔਰ ਉੱਥੇ ਉਹਨਾਂ ਨੇ ਸ਼ਬਦ ਉਚਾਰਿਆ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਕਿ ਉਹ ਬਹੁਤ ਵੱਡਾ ਸ਼ਬਦ ਹੈ ਕਿ ਤੂੰ ਤੇ ਇੰਨੇ ਸੋਹਣੇ ਕੱਪੜੇ ਪਾਏ ਨੇ, ਇੰਨੇ ਵੱਡੇ ਵੱਡੇ ਤੇਰੇ ਵਾਲ ਨੇ, ਇੰਨੇ ਵੱਡੇ ਵੱਡੇ ਤੇਰੇ ਨਖੂਨ ਨੇ, ਇਹ ਰੂਪ ਤੂੰ ਕਦੋਂ ਬਣਾਇਆ? ਇਹ ਤੇ ਮੈਂ ਤੇਰਾ ਰੂਪ ਕਦੀ ਨਹੀਂ ਦੇਖਿਆ, ਤੂੰ ਇਸ ਰੂਪ ਵਿੱਚ ਵੀ ਮੈਨੂੰ ਦਰਸ਼ਨ ਦੇ ਰਿਹਾ। ਤੇ ਉਹਨਾਂ ਨੇ ਉਸ ਕਲੰਦਰ ਦੇ ਅੰਦਰੋਂ ਵੀ ਪਰਮਾਤਮਾ ਦੇ ਵਿਠਲ ਦੇ ਦਰਸ਼ਨ ਕੀਤੇ। ਤੇ ਉਹ ਜਿਸ ਵੇਲੇ ਪਾਣੀ ਲੈ ਕੇ ਆਏ ਤੇ ਪਰਮਾਤਮਾ ਨੂੰ ਪ੍ਰਗਟ ਹੋ ਕੇ ਉਸ ਕਲੰਦਰ ਦੇ ਅੰਦਰ ਦਰਸ਼ਨ ਦੇਣੇ ਪਏ। ਔਰ ਜਿਸ ਵੇਲੇ ਉਹ ਪਾਣੀ ਲੈ ਕੇ ਆਏ ਤੇ ਪੰਡਤ ਹੈਰਾਨ ਹੋ ਗਏ ਕਿ ਅਸੀਂ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ। ਤੇ ਇਸ ਤਰ੍ਹਾਂ ਕਰਕੇ ਉਹ ਫਿਰ ਪਰਮਾਤਮਾ ਦੇ ਸ਼ਬਦ ਉਚਾਰਨ ਕਰਦੇ ਸੀ, ਜਿਹੜੇ ਅੱਜ ਗੁਰਬਾਣੀ ਵਿੱਚ ਸਾਡੇ ਕੋਲ ਹੈ ਨੇ, ਅੰਕਿਤ ਨੇ ਸ਼ਬਦ, ਅਸੀਂ ਉਹਨਾਂ ਨੂੰ ਪੜ੍ਹ ਕੇ ਸਮਝ ਸਕਨੇ ਆ। ਤੇ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਲੱਗਦਾ ਕਿ ਇਹਦੀ ਨੈਗੇਟਿਵਿਟੀ ਆ ਗਈ, ਉਹਦੀ ਨੈਗੇਟਿਵਿਟੀ ਆ ਗਈ। ਜੇ ਪ੍ਰੇਤ ਵੀ ਕੁਝ ਨਹੀਂ ਵਿਗਾੜ ਸਕਿਆ, ਕਿਉਂਕਿ ਉਹ ਹਰ ਇੱਕ ਵਿੱਚ ਪਰਮਾਤਮਾ ਦੇਖ ਰਹੇ ਨੇ, ਤੇ ਫਿਰ ਨੈਗੇਟਿਵਿਟੀ ਕਿੱਥੋਂ ਆਏਗੀ? ਕਿਉਂਕਿ ਅਸੀਂ ਗਲਤ ਸੋਚ ਰੱਖਨੇ ਆ, ਫਿਰ ਉਹ ਗਲਤ ਅਸੀਂ ਚੀਜ਼ਾਂ ਅਟਰੈਕਟ ਕਰ ਲੈਂਦੇ ਆ। ਇਹ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੀ ਸੋਚ ਠੀਕ ਹੋਣੀ ਚਾਹੀਦੀ ਹੈ। ਜੇ ਸਾਡੇ ਅੰਦਰ ਡਰ ਹੈ, ਅਸੀਂ ਡਰ ਰਹੇ ਹਾਂ ਕਿ ਨੈਗੇਟਿਵਿਟੀ ਆ ਜਾਏਗੀ, ਤੇ ਜ਼ਰੂਰ ਆ ਜਾਏਗੀ। ਤੇ ਜੇ ਅਸੀਂ ਪਰਮਾਤਮਾ ਦਾ ਕੰਮ ਕਰ ਰਹੇ ਹਾਂ ਤੇ ਫਿਰ ਉੱਥੇ ਨੈਗੇਟਿਵਿਟੀ ਕਿੱਥੇ ਹੈ? ਔਰ ਅਸੀਂ ਅੱਜ ਕੱਲ ਬਹੁਤ ਮੈਨੀਫੈਸਟੇਸ਼ਨ ਕਰਨੇ ਆ ਕਿ ਇਹ ਸੰਕਲਪ ਪੂਰਾ ਹੋ ਜਾਏ, ਇਹ ਸੰਕਲਪ ਪੂਰਾ ਹੋ ਜਾਏ, ਬਹੁਤ ਵਰਕਸ਼ਾਪ ਅਟੈਂਡ ਕਰਨੇ ਆ। ਲੇਕਿਨ ਪਤਰੀ ਸਰ ਵੀ ਕਹਿੰਦੇ ਸੀ ਕਿ ਜੋ ਤੁਸੀਂ ਮੈਨੀਫੈਸਟ ਕਰ ਰਹੇ ਹੋ ਉਹਦਾ ਫਿਰ ਪਰਿਣਾਮ ਕੀ ਹੋਏਗਾ, ਤੁਹਾਨੂੰ ਹੀ ਭੋਗਣਾ ਪਏਗਾ, ਕੋਈ ਦੂਸਰਾ ਨਹੀਂ ਭੋਗੇਗਾ। ਤੁਸੀਂ ਤੇ ਅੱਜ ਲੱਗ ਰਿਹਾ ਕਿ ਇਹ ਚੀਜ਼ ਮਿਲੇਗੀ ਤੇ ਮੇਰਾ ਜੀਵਨ ਸੁਖੀ ਹੋ ਜਾਏਗਾ, ਲੇਕਿਨ ਤੁਸੀਂ ਇਹ ਨਹੀਂ ਜਾਣਦੇ ਕਿ ਉਹ ਸੁਖੀ ਹੋਏਗਾ ਕਿ ਉਹ ਦੁੱਖ ਲੈ ਕੇ ਆਏਗਾ। ਤੇ ਅਸੀਂ ਬਿਨਾਂ ਜਾਣੇ, ਬਿਨਾਂ ਇੰਨੀ ਨਜ਼ਰ ਦੂਰ ਦ੍ਰਿਸ਼ਟੀ ਦੇ, ਅਸੀਂ ਜੋ ਮਨ ਵਿੱਚ ਆਂਦਾ ਉਹਨੂੰ ਮੈਨੀਫੈਸਟ ਕਰਨ ਵਾਸਤੇ ਆਪਣੀ ਪੂਰੀ એનર્ਜੀ ਲਗਾ ਦਿੰਨੇ ਆ, ਆਪਣਾ ਪੂਰਾ ਧਿਆਨ ਲਗਾ ਦਿੰਨੇ ਆ ਕਿ ਇਹ ਚੀਜ਼ ਸਾਡੀ ਜ਼ਿੰਦਗੀ ਚ ਆ ਜਾਏ। ਤੇ ਇੱਕ ਬਹੁਤ ਪਿਆਰੀ ਘਟਨਾ ਹੈ ਕਿ ਨਾਮਦੇਵ ਜੀ ਕੱਪੜੇ ਧੋ ਕੇ ਆ ਰਹੇ ਸੀ, ਸਿਰ ਤੇ ਉਹਨਾਂ ਨੇ ਗਠੜੀ ਚੁੱਕੀ ਹੋਈ ਸੀ, ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਕਾਸ਼ ਪਰਮਾਤਮਾ ਤੂੰ ਮੈਨੂੰ ਘੋੜੀ ਦੇ ਦਿੰਦਾ, ਤੇ ਮੈਂ ਆਪ ਵੀ ਘੋੜੀ ਤੇ ਬਹਿੰਦਾ, ਤੇ ਮੈਂ ਕੱਪੜੇ ਵੀ ਘੋੜੀ ਤੇ ਰੱਖ ਲੈਂਦਾ, ਮੈਨੂੰ ਵਜਨ ਚੁੱਕਣਾ ਪੈ ਰਿਹਾ, ਤੇ ਘੋੜੀ ਹੁੰਦੀ ਤੇ ਕਿੰਨਾ ਅੱਛਾ ਹੁੰਦਾ। ਇਹ ਉਹਨਾਂ ਦੇ ਮਨ ਚ ਵਿਚਾਰ ਆਇਆ। ਤੇ ਅਚਾਨਕ ਹੀ ਉੱਥੇ ਜੰਗਲ ਵਿੱਚ ਇੱਕ ਪਠਾਨ ਪ੍ਰਗਟ ਹੋ ਗਿਆ, ਔਰ ਉਹਦੇ ਕੋਲ ਘੋੜੀ ਹੈ, ਔਰ ਉਹ ਨਾਮਦੇਵ ਜੀ ਦੇ ਕੋਲ ਆਇਆ ਤੇ ਉਹਨੇ ਕਿਹਾ ਕਿ ਤੂੰ ਮੇਰੀ ਘੋੜੀ ਜਿਹੜੀ ਹੈ ਬੱਚਾ ਦੇ ਰਹੀ ਹੈ, ਤੇ ਤੂੰ ਮੇਰੀ ਮਦਦ ਕਰ। ਤੇ ਉਹ ਨਾਮਦੇਵ ਜੀ ਨੇ ਫਿਰ ਆਪਣੀ ਗਠੜੀ ਰੱਖੀ, ਕਿਉਂਕਿ ਪਠਾਨ ਸੀ ਔਰ ਉਹਨਾਂ ਦਾ ਜ਼ੋਰ ਸੀ ਉਸ ਟਾਈਮ, ਤੇ ਉਹਨਾਂ ਨੇ ਗਠੜੀ ਰੱਖ ਕੇ ਤੇ ਮਦਦ ਕੀਤੀ। ਤੇ ਫਿਰ ਹੁਣ ਪਠਾਨ ਕਹਿਣ ਲੱਗਿਆ ਹੁਣ ਇਹ ਬੱਚਾ ਚੁੱਕ ਲੈ ਸਿਰ ਤੇ, ਇਹ ਬੱਚਾ ਚੁੱਕ ਲਿਆ, ਬੱਚਾ ਚੱਲ ਨਹੀਂ ਸਕਦਾ ਜੇ, ਬੱਚੇ ਨੂੰ ਚੁੱਕ ਲਿਆ। ਤੇ ਨਾਮਦੇਵ ਜੀ ਨੇ ਉਹ ਬੱਚਾ ਚੁੱਕ ਲਿਆ, ਗਠੜੀ ਵੀ ਚੁੱਕ ਲਈ, ਬੱਚਾ ਵੀ ਚੁੱਕ ਲਿਆ। ਤੇ ਬੜੇ ਹੈਰਾਨ ਹੋਏ, ਤੇ ਉਹ ਸੋਚਣ ਲੱਗੇ ਕਿ ਮਨ ਵਿੱਚ ਆਇਆ ਕਿ ਪਹਿਲੇ ਤੇ ਜੰਗਲ ਵਿੱਚ ਪਠਾਨ ਆਇਆ ਕਿਸ ਤਰ੍ਹਾਂ, ਔਰ ਫਿਰ ਉਹਨਾਂ ਦੇ ਮਨ ਵਿੱਚ ਆਇਆ ਕਿ ਇਹ ਤੇ ਪਰਮਾਤਮਾ ਆਇਆ। ਮੈਂ ਸੋਚ ਰਿਹਾ ਕਿ ਮੈਨੂੰ ਘੋੜੀ ਮਿਲ ਜਾਏ ਤੇ ਮੇਰੇ ਸਾਰੇ ਪਰੇਸ਼ਾਨੀ ਦੂਰ ਹੋ ਜਾਏ, ਤੇ ਇਹ ਤੇ ਹੁਣ ਮੈਨੂੰ ਪਰਮਾਤਮਾ ਦਿਖਾ ਰਿਹਾ ਕਿ ਘੋੜੀ ਨਾਲ ਖਾਲੀ ਘੋੜੀ ਨਹੀਂ ਮਿਲੇਗੀ, ਉਹਦੇ ਨਾਲ ਕਈ ਪਰੇਸ਼ਾਨੀਆਂ ਮਿਲਣਗੀਆਂ, ਬੱਚੇ ਦੇਗੀ, ਉਹ ਵੀ ਸੰਭਾਲਨੇ ਪੈਣਗੇ, ਉਹਦਾ ਜੋ ਵੀ ਉਹ ਗੂ ਮੂਤਰ ਹੈ ਉਹ ਵੀ ਸਾਫ਼ ਕਰਨਾ ਪਏਗਾ। ਤੇ ਨਾਮਦੇਵ ਜੀ ਹੱਸਣ ਲੱਗੇ ਦੇਖ ਕੇ, ਤੇ ਉਹਨਾਂ ਨੇ ਫਿਰ ਉੱਥੇ ਵੀ ਸ਼ਬਦ ਉਚਾਰਿਆ ਕਿ द्वारका नगरी काहे के मंगोल, कि द्वारका नगरी च पठान कित्थों आ गए, खूब तेरी पगड़ी मीठे तेरे बोल, द्वारका नगरी काहे के मंगोल। तो उन्होंने परमात्मा नु क्या, वाह मेरे ठाकुर कैसी कीनी, नीचे को मांगी ऊपर दीनी, कि मैं ते चढ़न लई मंगी घोड़ी ते घोड़ी मेरे ते चढ़ गई। ते मैनू फिर परमात्मा ने प्रगट होकर उन्होंने दसिया कि तेनू दिखाया है कि अगर तू घोड़ी लेगा तो फिर घोड़ी दे ही काम करता रहेगा, फिर नाम किस वेले जपेगा। ਤੇ ਪਰਮਾਤਮਾ ਉਹਨਾਂ ਨਾਲ ਇਸ ਤਰ੍ਹਾਂ ਖੇਲ ਕਰਦਾ ਰਿਹਾ ਔਰ ਗੱਲਾਂ ਕਰਦਾ ਰਿਹਾ। ਤੇ ਮੁਹੰਮਦ ਬਿਨ ਤੁਗਲਕ ਜਿਹੜਾ ਸੀ, ਇੱਕ ਵਾਰੀ ਫਿਰ ਉਹਨੇ ਨਾਮਦੇਵ ਜੀ ਨੂੰ ਪਕੜਿਆ ਔਰ ਕਿਹਾ ਕਿ ਇਹ ਗਾਂ ਮਰ ਗਈ ਹੈ, ਇਹਨੂੰ ਜਿੰਦਾ ਕਰ, ਤੇਰੇ ਅੰਦਰ ਤੇ ਬੜੀ ਸ਼ਕਤੀ ਹੈ, ਤੂੰ ਇਸ ਗਾਂ ਨੂੰ ਜਿੰਦਾ ਕਰ ਔਰ ਇਹ ਗਾਂ ਦੁੱਧ ਦੇਵੇ। ਤੇ ਨਾਮਦੇਵ ਜੀ ਕਿਹਾ ਮੈਂ ਨਹੀਂ ਜਿੰਦਾ ਕਰ ਸਕਦਾ, ਮਾਰਨੇ ਵਾਲਾ ਜਿਵਾਨੇ ਵਾਲਾ ਪਰਮਾਤਮਾ ਹੈ। 7 ਘੜੀਆਂ ਉਹਨਾਂ ਨੂੰ ਬੰਨ ਕੇ ਰੱਖਿਆ ਗਿਆ, ਔਰ ਫਿਰ 7 ਘੜੀਆਂ ਦੇ ਬਾਅਦ ਪਰਮਾਤਮਾ ਪ੍ਰਗਟ ਹੋਇਆ ਔਰ ਉਹ ਗਾਂ ਜਿੰਦੀ ਹੋਈ
उस गां ने दुध दिता और उस बछड़े ने दुध पीता। ते जिहड़ा मुहम्मद बिन तुगलक सी, फिर ओहदे मन च बड़ा आ गया कि यह बहुत वड्डे संत ने और परमात्मा इन्हां दी रक्षा करन आंदा है। चमत्कार हो जाते ने, यह करते नहीं ने, अपनी जान बचाने लई शक्ति का दिखावा नहीं करते, लेकिन परमात्मा इन्हां दी रक्षा करन हर समय आंदा है। ते हुण ओहदा बड़ा मन जिहड़ा है ओह द्रवित हो गया और उन्हें किया एक सोने हीरे जड़ित पलंग, ਜਿਹਦੇ ਤੇ ਜਿਹੜਾ ਉਹਨੇ ਆਪਣੇ ਬੱਚੇ ਵਾਸਤੇ ਬਣਾਇਆ ਸੀ, ਉਹਦਾ ਬੱਚਾ ਉਹਦੇ ਤੇ ਆਰਾਮ ਕਰਦਾ ਸੀ, ਉਹਨੇ ਬੜਾ ਖੁਸ਼ ਹੋ ਕੇ ਉਹ ਪਲੰਗ ਨਾਮਦੇਵ ਜੀ ਨੂੰ ਦੇ ਦਿੱਤਾ ਕਿ ਤੁਸੀਂ ਇਹ ਪਲੰਗ ਲੈ ਜਾਓ ਤੇ ਮੈਂ ਮੇਰੀ ਭੇਟਾ ਲੈ ਜਾਓ। ਤੇ ਨਾਮਦੇਵ ਜੀ ਨੇ ਬੜਾ ਮਨਾ ਕੀਤਾ ਕਿ ਮੈਨੂੰ ਪਲੰਗ ਨਹੀਂ ਚਾਹੀਦਾ, ਨਾ ਮੇਰੀ ਇਤਨੀ ਜਗ੍ਹਾ ਹੈ ਉੱਥੇ। ਉਹ ਕਹਿਣ ਲੱਗੇ ਨਹੀਂ, ਮੇਰੀ ਸ਼ਰਧਾ ਹੈ, ਤੁਸੀਂ ਲੈ ਕੇ ਜਾਓ, ਮੈਂ ਤੇ ਦੇਣਾ ਹੀ ਹੈ। ਤੇ ਉਹਨੇ ਆਪਣੇ ਬੰਦੇ ਭੇਜੇ और कहा कि यह पलंग जाके नामदेव के घर छड़ के आओ, पूरा हीरे सोने जड़ी तो पलंग है। हुण ओह पलंग लैके बंदे नाल आ गए। रस्ते च आई नदी ते नामदेव जी ने बंदियां नूं कहा यह नदी च पलंग सुट दिओ, मैं नहीं ले जाना, यह पलंग नदी सुट दो ते मेरे घर जगह नहीं है रखन दी। वो कहन लगे तुहानूं ते बादशाह ने दिता, बादशाह गुस्सा करेगा। वो कहन लगे जब बादशाह ने दे दिता मैनू, मैं जो मर्जी करा, ਉਹਨੇ ਤੇ ਦਾਨ ਦੇ ਦਿੱਤਾ ਨਾ, ਮੈਂ ਜੋ ਮਰਜ਼ੀ ਕਰਾਂ ਹੁਣ ਉਹਦੇ ਨਾਲ ਉਹਦਾ ਕੀ ਮਤਲਬ ਹੈ। ਇਹ ਸਾਡੇ ਵਾਸਤੇ ਸਮਝਣ ਦੀ ਲੋੜ ਹੈ ਕਿ ਜਿਸ ਵੇਲੇ ਅਸੀਂ ਦਾਨ ਦਿੰਨੇ ਆ ਤੇ ਅਸੀਂ ਦਿੰਦੇ ਨਹੀਂ, ਅਸੀਂ ਉਹਦੇ ਨਾਲ ਜੁੜੇ ਹੀ ਰਹਿੰਦੇ ਆ ਕਿ ਉਸ ਬੰਦੇ ਨੇ ਇਸ ਦਾਨ ਦਾ ਇਸਤੇਮਾਲ ਕੀ ਕੀਤਾ। ਅਗਰ ਅਸੀਂ ਕਿਸੇ ਨੂੰ ਕੱਪੜੇ ਦਿੱਤੇ ਤੇ ਸਾਡੀ ਨਜ਼ਰ ਰਹਿੰਦੀ ਕਿ ਉਹਨੇ ਕੱਪੜੇ ਪਾਏ ਕਿ ਨਹੀਂ ਪਾਏ। ਅਸੀਂ ਕਿਸੇ ਨੂੰ ਕੋਈ ਚੀਜ਼ ਦਿੱਤੀ, ਉਹਨੇ ਵਰਤੀ ਕਿ ਨਹੀਂ ਵਰਤੀ, ਉਹਨੇ ਉਹ ਖਰਾਬ ਤੇ ਨਹੀਂ ਕੀਤੀ, ਉਹਨੇ ਇੱਧਰ ਉੱਧਰ ਤੇ ਨਹੀਂ ਸੁੱਟ ਦਿੱਤੀ। ਤੇ ਉਹੀ ਗੱਲ ਬਣੀ ਕਿ ਬਾਦਸ਼ਾਹ ਨੇ ਦਾਨ ਤੇ ਦੇ ਦਿੱਤਾ, ਲੇਕਿਨ ਜਿਸ ਵੇਲੇ ਉਹਦੇ ਬੰਦਿਆਂ ਨੇ ਜਾ ਕੇ ਕਿਹਾ ਕਿ ਵੀ ਉਹ ਤੇ ਪਲੰਗ ਨਦੀ 'ਚ ਸੁੱਟ ਕੇ ਚਲੇ ਗਏ ਨੇ, ਤੂੰ ਇੰਨਾ ਕੀਮਤੀ ਪਲੰਗ ਦਿੱਤਾ, ਉਹਨਾਂ ਨੇ ਨਦੀ ਸੁੱਟਵਾ ਦਿੱਤਾ ਤੇ ਉਹ ਖਾਲੀ ਹੱਥ ਚਲੇ ਗਏ। ਤੇ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ ਕਿ ਮੇਰਾ ਇੰਨਾ ਕੀਮਤੀ ਪਲੰਗ ਉਹਨਾਂ ਨੇ ਕੋਈ ਕਦਰ ਨਹੀਂ ਕੀਤੀ, ਨਦੀ 'ਚ ਸੁੱਟ ਦਿੱਤਾ। ਤੇ ਉਹ ਕਹਿਣ ਲੱਗਾ ਕਿ ਹੁਣ ਉਹ ਪਲੰਗ ਉਹਨਾਂ ਕੋਲੋਂ ਵਾਪਸ ਮੰਗਣੇ ਆ, ਕਿਉਂਕਿ ਹੁਣ ਉਹ ਨਦੀ ਸੁੱਟ ਦਿੱਤਾ ਤਾਂ ਵਾਪਸ ਤੇ ਆਏਗਾ ਹੀ ਨਹੀਂ। ਤੇ ਉਹਨਾਂ ਨੇ ਆਪਣੇ ਬੰਦੇ ਬਾਦਸ਼ਾਹ ਨੇ ਭੇਜੇ ਕਿ ਮੇਰਾ ਬੱਚਾ ਜਿਹੜਾ ਹੈ ਉਸ ਪਲੰਗ ਤੇ ਸੌਂਦਾ ਸੀ ਤੇ ਉਹਨੂੰ ਨੀਂਦ ਨਹੀਂ ਆ ਰਹੀ ਤੇ ਮੈਨੂੰ ਉਹ ਪਲੰਗ ਵਾਪਸ ਕਰੋ। ਤੇ ਨਾਮਦੇਵ ਜੀ ਕਹਿਣ ਲੱਗੇ ਤੂੰ ਦੇ ਦਿੱਤਾ ਤੇ ਹੁਣ ਤੂੰ ਵਾਪਸ ਮੰਗ ਰਿਹਾ। ਤੇ ਉਹ ਕਹਿਣ ਲੱਗੇ ਨਹੀਂ, ਬਾਦਸ਼ਾਹ ਕਹਿ ਰਿਹਾ ਮੈਂ ਆਪਣੇ ਬੇਟੇ ਨੂੰ ਉਹ ਪਲੰਗ ਵਾਪਸ ਦੇਣਾ, ਉਹ ਸੋ ਨਹੀਂ ਰਿਹਾ। ਤੇ ਉਹ ਕਹਿਣ ਲੱਗੇ ਠੀਕ ਹੈ, ਉਹਨੂੰ ਤੁਸੀਂ ਬਾਦਸ਼ਾਹ ਨੂੰ ਕਹਿ ਦਿਓ ਕਿ ਨਦੀ ਦੇ ਕਿਨਾਰੇ ਆ ਜਾਏਗਾ। ਤੇ ਨਦੀ ਦੇ ਕਿਨਾਰੇ ਸਾਰਾ ਬੰਦੇ ਇਕੱਠੇ ਹੋ ਗਏ, ਨਗਰ ਇਕੱਠਾ ਹੋ ਗਿਆ ਕਿ ਹੁਣ ਕੀ ਹੋਏਗਾ, ਕਿਉਂਕਿ ਪਲੰਗ ਨਦੀ 'ਚ ਡੁੱਬ ਗਿਆ, ਵਾਪਸ ਕਿਸ ਤਰ੍ਹਾਂ ਆਏਗਾ। ਲੇਕਿਨ ਜਿਸ ਵੇਲੇ ਨਾਮਦੇਵ ਜੀ ਆਏ ਔਰ ਉਹਨਾਂ ਨੇ ਨਦੀ ਵੱਲ ਨਜ਼ਰ ਭਰ ਕੇ ਦੇਖਿਆ ਤੇ ਇੱਕ ਪਲੰਗ ਕੀ ਉੱਥੇ ਤੇ ਕਈ ਪਲੰਗ ਨਿਕਲ ਆਏ। ਤੇ ਉਹਨਾਂ ਨੇ ਕਿਹਾ ਬਾਦਸ਼ਾਹ ਨੂੰ ਕਿਹਾ ਜਿਹੜਾ ਤੇਰਾ ਪਲੰਗ ਹੈ ਪਹਿਚਾਨ ਕੇ ਕੱਢ ਲੈ। ਉਹ ਬਾਦਸ਼ਾਹ ਹੈਰਾਨ ਹੋ ਗਿਆ, ਉਹ ਕਹਿ ਰਿਹਾ ਮੈਨੂੰ ਤੇ ਸਮਝ ਹੀ ਨਹੀਂ ਆ ਰਹੀ ਮੇਰਾ ਕਿਹੜਾ ਪਲੰਗ ਹੈ, ਹੁਣ ਤੁਸੀਂ ਦੱਸੋ ਇਹਦੇ ਚੋਂ ਮੇਰਾ ਕਿਹੜਾ ਪਲੰਗ ਹੈ। ਤੇ ਨਾਮਦੇਵ ਜੀ ਨੇ ਕਿਹਾ ਜੋ ਤੂੰ ਦਾਨ ਦਿੱਤਾ ਮੈਨੂੰ, ਉਹ ਦਾਨ ਇੰਨਾ ਵੱਧ ਗਿਆ, ਦਾਨ ਬਹੁਤ ਵੱਧਦਾ ਹੈ, ਚਾਹੇ ਅਸੀਂ ਜੈਸਾ ਵੀ ਦਾਨ ਦਈਏ। ਇਸ ਵਾਸਤੇ ਦਾਨ ਦੇਣ ਲੱਗਿਆਂ ਬਹੁਤ ਸੋਚਣਾ ਚਾਹੀਦਾ ਹੈ, ਅਸੀਂ ਕਿਸੇ ਨੂੰ ਖਰਾਬ ਜਾਂ ਮਾੜੀ ਚੀਜ਼ ਨਾ ਦਈਏ, ਕਿਉਂਕਿ ਜੋ ਦੇਾਂਗੇ ਉਹ ਵੱਧਦੀ ਚਲੀ ਜਾਏਗੀ। ਤੇ ਉਹ ਕਹਿਣ ਲੱਗੇ ਕਿ ਇਹ ਤੂੰ ਦਿੱਤਾ ਮੈਨੂੰ ਤੇ ਇਹ ਕਈ ਤੇਰਾ ਦਾਨ ਫਲਿਤ ਹੋਣ ਲੱਗ ਗਿਆ, ਲੇਕਿਨ ਹੁਣ ਤੂੰ ਵਾਪਸ ਮੰਗ ਲਿਆ ਤੇ ਹੁਣ ਤੇਰਾ ਪਲੰਗ ਰਹਿ ਜਾਏਗਾ, ਬਾਕੀ ਸਭ ਪਲੰਗ ਵਾਪਸ ਚਲੇ ਜਾਣਗੇ। ਜਿਸ ਵੇਲੇ ਨਾਮਦੇਵ ਜੀ ਨੇ ਕਿਹਾ ਤੇ ਇੱਕ ਪਲੰਗ ਰਹਿ ਗਿਆ, ਬਾਕੀ ਸਭ ਪਲੰਗ ਵਾਪਸ ਨਦੀ 'ਚ ਚਲੇ ਗਏ। ਤੇ ਉਹ ਜਿਹੜਾ ਬਾਦਸ਼ਾਹ ਸੀ ਉਹ ਬਹੁਤ ਹੈਰਾਨ ਹੋਇਆ। ਔਰ ਇਹ ਵੀ ਇੱਕ ਚਮਤਕਾਰ, ਇੰਨਾ ਵੱਡਾ ਚਮਤਕਾਰ ਪਰਮਾਤਮਾ ਨੇ ਆਪਣੇ ਭਗਤ ਦੀ ਜੈ ਜੈਕਾਰ ਕਰਨ ਵਾਸਤੇ ਕੀਤਾ। ਔਰ ਸਾਡੇ ਲਈ ਇਹ ਸਿੱਖਿਆ ਹੈ ਕਿ ਅਗਰ ਅਸੀਂ ਗੁਰੂ ਦੇ ਨਾਮ ਤੇ ਕਿਧਰੇ ਦਾਨ ਦਿੰਨੇ ਆ ਜਾਂ ਵੈਸੇ ਹੀ ਕਿਸੇ ਨੂੰ ਕੁਝ ਦਿੰਨੇ ਆ ਮਦਦ ਕਰਨ ਲਈ, ਤੇ ਸਾਨੂੰ ਫਿਰ ਉਹਦਾ ਪਿੱਛਾ ਨਹੀਂ ਕਰਨਾ ਕਿ ਫਿਰ ਉਹਨੇ ਕੀ ਕੀਤਾ। ਜਿਹੜੀ ਚੀਜ਼ ਅਸੀਂ ਦੇ ਦਿੱਤੀ ਉਹ ਸਾਡੀ ਹੈ ਹੀ ਨਹੀਂ, ਹੁਣ ਉਹ ਜੋ ਵੀ ਕਰੇ ਉਹਦਾ, ਲੇਕਿਨ ਅਸੀਂ ਫਿਰ ਵੀ ਪਿੱਛਾ ਕਰਦੇ ਰਹਿੰਦੇ ਆ ਕਿ ਉਹ ਕਿਸ ਤਰ੍ਹਾਂ ਇਸਤੇਮਾਲ ਕਰ ਰਿਹਾ, ਸਹੀ ਇਸਤੇਮਾਲ ਕਰ ਰਿਹਾ ਕਿ ਨਹੀਂ ਕਰ ਰਿਹਾ। ਤੇ ਦਾਨ ਦੇਣਾ, ਅੱਛੀ ਤੋਂ ਅੱਛੀ ਚੀਜ਼ ਦਾਨ ਦੇਣੀ ਔਰ ਦਾਨ ਦੇ ਕੇ ਫਿਰ ਉਹਨੂੰ ਵਾਪਸ ਨਹੀਂ ਮੰਗਣਾ, ਫਿਰ ਉਹਦਾ ਪਿੱਛਾ ਨਹੀਂ ਕਰਨਾ ਕਿ ਉਹਦਾ ਕੀ ਹੋਇਆ। ਤੇ ਉਹ ਕਹਿੰਦੇ ਨੇ ਪਰਮਾਤਮਾ ਤੂੰ ਜਿਸ ਹਾਲ ਵਿੱਚ ਰੱਖੇ ਮੈਂ ਉਸ ਹਾਲ ਵਿੱਚ ਖੁਸ਼ ਹਾਂ। ਔਰ ਇੱਥੇ ਉਹਨਾਂ ਨੇ ਬਹੁਤ ਪਿਆਰਾ ਸ਼ਬਦ ਉਚਾਰਿਆ ਜਿਹੜਾ ਮੈਂ ਪੂਰਾ ਨਹੀਂ ਲੈ ਰਹੀ ਵਿਆਖਿਆ, ਲੇਕਿਨ ਉਹ ਕਹਿ ਰਹੇ ਨੇ ਕਿ ਪਰਮਾਤਮਾ ਤੂੰ ਚਾਹੇ ਤੇ ਕਦੀ ਖੰਡ ਘਿਓ ਚੂਰੀਆਂ ਦੇਵੇਂ ਤੇ ਫਿਰ ਵੀ ਬੰਦਾ ਤੇਰੀ ਗੁਣ ਨਹੀਂ ਗਾਉਂਦਾ। ਔਰ ਤੂੰ ਚਾਹੇ ਤੇ ਘਰ ਘਰ ਕਿਸੇ ਕੋਲੋਂ ਭੀਖ ਮੰਗਾਏ, ਤੂੰ ਚਾਹੇ ਤੇ ਕੂੜੇ ਵਿੱਚੋਂ ਵੀ ਬੰਦਾ ਚੁਣ ਚੁਣ ਕੇ ਰੋਟੀ ਖਾਂਦਾ, ਐਸੇ ਦਿਨ ਆ ਜਾਂਦੇ ਨੇ। ਤੇ ਉਹ ਕਹਿ ਰਹੇ ਹੇ ਪਰਮਾਤਮਾ ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਜਿਸ ਤਰ੍ਹਾਂ ਤੂੰ ਰੱਖੇ ਮੈਂ ਉਸੇ ਤਰ੍ਹਾਂ ਰਹਿ ਕੇ ਖੁਸ਼ ਹਾਂ।
कदी ते बहुत सोने सोने घोड़ियां ते तू चढ़ाना है, और कभी कदी पैरां विच पान नूं चप्पल भी नहीं मिलती, कदी बहुत सोने सोने बिस्तरां ते सफेद चादरां ते सोने आ, ते कदी धरती ते कोई घास भी विछाण नूं नहीं मिलती। ते ਉਹ कह रहे ने नामदेव जी कि जिन्नू गुरु मिल जाए ਉਹਨੂੰ ਹੀ ਉਹਦਾ ਹੀ ਪਾਰ ਉਤਾਰਾ ਹੈ, ਫਿਰ ਉਹਨੂੰ ਹੀ ਸਮਝ ਆਂਦੀ ਹੈ ਕਿ ਮੈਂ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਉਹੀ ਹਰ ਹਾਲ ਵਿੱਚ ਖੁਸ਼ ਰਹਿ ਸਕਦਾ ਹੈ। ਤਾਂ ਹੀ ਕਹਿੰਦੇ ਨੇ ਕਿ ਜਿਹੜੇ ਭਗਤ ਸੰਤ ਜਨ ਹੁੰਦੇ ਨੇ ਉਹ ਕਹਿੰਦੇ ਨੇ ਪਰਮਾਤਮਾ ਤੂੰ ਸਾਨੂੰ ਜਿਸ ਹਾਲ ਵਿੱਚ ਰੱਖੇ ਅਸੀਂ ਖੁਸ਼ ਹਾਂ। ਤੇ ਕਹਿੰਦੇ ਨਾਮਦੇਵ ਜੀ ਦੇ ਇੱਕ ਵਾਰ ਝੌਂਪੜੀ ਨੂੰ ਅੱਗ ਲੱਗ ਗਈ, ਔਰ ਲੋਕਾਂ ਨੇ ਜਾ ਕੇ ਕਿਹਾ ਕਿ ਤੁਹਾਡੀ ਝੌਂਪੜੀ ਨੂੰ ਅੱਗ ਲੱਗ ਗਈ ਹੈ। ਤੇ ਉਹਨਾਂ ਨੇ ਆਏ ਔਰ ਜਿੰਨਾ ਸਮਾਨ ਬਚਿਆ ਸੀ ਉਹ ਵੀ ਚੁੱਕ ਕੇ ਅੱਗ ਵਿੱਚ ਪਾ ਦਿੱਤਾ। ਤੇ ਉਹ ਕਹਿਣ ਲੱਗੇ ਕਿ ਪਰਮਾਤਮਾ ਤੂੰ ਅਗਨੀਦੇਵ ਬਣ ਕੇ ਮੇਰੇ ਘਰ ਆਇਆ, ਤੇ ਜੇ ਤੂੰ ਚਾਹਨਾ ਜਲਾਣਾ ਤੇ ਮੈਂ ਕੋਈ ਕਿਉਂ ਬਚਾਵਾਂ। ਤੇ ਲੋਕੀ ਕਹਿੰਦੇ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਤੇ ਸਮਾਨ ਬਚਾਉਣਾ ਚਾਹੀਦਾ ਹੈ। ਉਹ ਕਹਿ ਰਹੇ ਜੇ ਪਰਮਾਤਮਾ ਜਲਾਣਾ ਚਾਹੁੰਦਾ ਮੈਂ ਕੌਣ ਹੋਣਾ ਬਚਾਉਣ ਵਾਲਾ। ਤੇ ਇਹ ਵੀ ਪਾਤਾ ਵਿੱਚ, ਇਹ ਵੀ ਯੱਗ ਵਿੱਚ ਪਾਤਾ, ਕਿਉਂਕਿ ਪਰਮਾਤਮਾ ਬਸੰਤਰ ਦੇਵਤਾ ਅਗਨੀ ਬਣ ਕੇ ਪ੍ਰਗਟ ਹੋਇਆ ਤੇ ਸਭ ਕੁਝ ਪਰਮਾਤਮਾ ਦਾ ਹੀ ਹੈ। ਤੇ ਇਹ ਕੋਈ ਉਹਨਾਂ ਨੇ ਥਿਉਰੀ ਨਹੀਂ ਸਾਨੂੰ ਦਿੱਤੀ ਕਿਧਰੇ ਵੀ, ਉਹਨਾਂ ਨੇ ਸਾਨੂੰ ਜੀ ਕੇ ਦਿਖਾਈ ਹਰ ਇੱਕ ਚੀਜ਼। ਤਾਂ ਹੀ ਉਹਨਾਂ ਦੇ ਸ਼ਬਦ ਬਾਣੀ ਚ ਆਏ ਨੇ। ਹੁਣ ਆਖਰੀ ਲੈ ਕੇ ਮੈਂ ਸਮਾਪਤੀ ਕਰਨੀ ਆ। ਰਾਮ ਨਾਮ ਦੀ ਮਹਿਮਾ, ਅਸੀਂ ਤੇ ਸਾਰੀ ਜ਼ਿੰਦਗੀ ਰਾਮ ਰਾਮ ਕਰਦੇ ਰਹਿੰਦੇ ਆ ਤੇ ਸਾਡਾ ਕੁਝ ਵੀ ਨਹੀਂ ਬਦਲਦਾ, ਲੇਕਿਨ ਸੰਤ ਇੱਕ ਵਾਰੀ ਰਾਮ ਦਾ ਨਾਮ ਲੈਂਦੇ ਨੇ ਤੇ ਜ਼ਿੰਦਗੀ ਬਦਲ ਜਾਂਦੀ ਹੈ, ਦੂਜੇ ਦੀ ਵੀ ਜ਼ਿੰਦਗੀ ਬਦਲ ਜਾਂਦੀ ਹੈ। ਇੱਕ ਉਸ ਨਗਰ ਵਿੱਚ ਬੰਦਾ ਸੀ ਜਿਹਨੇ ਬਹੁਤ ਭਾਰੀ ਪਾਪ ਕੀਤਾ, ਤੇ ਪੰਚਾਇਤ ਨੇ ਕਿਹਾ ਕਿ ਤੁਸੀਂ ਜਾਂ ਤੇ ਤੂੰ ਇਹ ਨਗਰ ਛੋੜ ਕੇ ਚਲਾ ਜਾ, ਤੇ ਜਾਂ ਤੂੰ ਇੰਨੇ ਤੀਰਥਾਂ ਦਾ ਇਸ਼ਨਾਨ ਕਰਕੇ ਆ ਤਾਂ ਤੂੰ ਇੱਥੇ ਰਹਿ ਸਕਣਾ। ਉਹ ਨਾਮਦੇਵ ਜੀ ਕੋਲ ਗਿਆ, ਕਹਿਣ ਲੱਗਾ ਮੈਨੂੰ ਕੋਈ ਰਸਤਾ ਦੱਸੋ, ਗਲਤੀ ਤੇ ਮੈਂ ਕੀਤੀ ਹੈ, ਮੈਂ ਮੰਨਣਾ ਮੈਂ ਗਲਤੀ ਕੀਤੀ ਹੈ, ਪਰ ਮੈਂ ਬਹੁਤ ਗਰੀਬ ਹਾਂ, ਮੈਂ ਤੀਰਥਾਂ ਦੇ ਇਸ਼ਨਾਨ ਕਰਨ ਵੀ ਨਹੀਂ ਜਾ ਸਕਦਾ, ਨਾ ਮੈਂ ਨਗਰ ਛੋੜ ਕੇ ਕਿਧਰੇ ਜਾ ਕੇ ਨਵਾਂ ਕੰਮ ਕਰ ਸਕਣਾ, ਮੇਰਾ ਪਰਿਵਾਰ ਭੁੱਖਾ ਮਰ ਜਾਏਗਾ, ਤੁਸੀਂ ਮੈਨੂੰ ਕੋਈ ਰਸਤਾ ਦੱਸੋ। ਤੇ ਨਾਮਦੇਵ ਜੀ ਨੇ ਕਿਹਾ ਠੀਕ ਹੈ ਤੂੰ ਆ ਜਾ, ਮੂੰਹ ਹੱਥ ਧੋ ਕੇ ਮੇਰੇ ਕੋਲ ਬੈਠ ਜਾ। ਉਹ ਆ ਗਿਆ, ਮੂੰਹ ਹੱਥ ਧੋ ਕੇ ਬੈਠ ਗਿਆ। ਨਾਮਦੇਵ ਜੀ ਨੇ ਉਹਨੂੰ ਕਿਹਾ ਕਿ ਇੱਕ ਵਾਰੀ ਮੇਰੇ ਪਿੱਛੇ ਤੂੰ ਰਾਮ ਕਹਿ। ਤੇ ਜਿਸ ਵੇਲੇ ਉਹਨੇ ਇੱਕ ਵਾਰੀ ਰਾਮ ਕਿਹਾ ਨਾਮਦੇਵ ਜੀ ਦੇ ਨਾਲ, ਤੇ ਨਾਮਦੇਵ ਜੀ ਨੇ ਕਿਹਾ ਜਾ ਤੇਰੇ ਸਾਰੇ ਪਾਪ ਮਾਫ ਹੋ ਗਏ। ਉਹ ਬੰਦਾ ਖੁਸ਼ੀ ਖੁਸ਼ੀ ਘਰ ਚਲਾ ਗਿਆ। ਅਗਲੇ ਦਿਨ ਪਿੰਡ ਦੇ ਲੋਕਾਂ ਨੇ ਦੇਖਿਆ ਤੇ ਇੱਥੇ ਹੀ ਘੁੰਮ ਰਿਹਾ ਤੇ ਗਿਆ ਹੀ ਨਹੀਂ ਕਿਧਰੇ, ਤੇ ਉਹਨਾਂ ਨੇ ਕਿਹਾ ਤੈਨੂੰ ਮਨਾ ਕੀਤਾ ਸੀ ਕਿ ਤੂੰ ਇੱਥੋਂ ਚਲਾ ਜਾ। ਉਹ ਕਹਿਣ ਲੱਗਾ ਨਹੀਂ ਮੇਰੇ ਸਾਰੇ ਪਾਪ ਮਾਫ ਹੋ ਗਏ, ਨਾਮਦੇਵ ਜੀ ਨੇ ਮੈਨੂੰ ਕਹਿਤਾ। ਤੇ ਉਹ ਪੰਚਾਇਤ ਕਹਿਣ ਲੱਗੀ ਇਸ ਤਰ੍ਹਾਂ ਕਿਸ ਤਰ੍ਹਾਂ ਮਾਫ ਹੋ ਜਾਂਦੇ ਨੇ, ਇੱਕ ਵਾਰੀ ਰਾਮ ਕਿਹਾ ਤੇ ਪਾਪ ਕਿਸ ਤਰ੍ਹਾਂ ਮਾਫ ਹੋ ਜਾਂਦੇ ਨੇ। ਉਹ ਸਾਰੇ ਨਾਮਦੇਵ ਜੀ ਕੋਲ ਪਹੁੰਚ ਗਏ, ਕਹਿਣ ਲੱਗੇ ਇਹ ਤੁਸੀਂ ਕਹਿ ਰਹੇ ਹੋ ਇੱਕ ਵਾਰੀ ਰਾਮ ਕਹਿਣ ਨਾਲ ਪਾਪ ਮਾਫ ਹੋ ਜਾਂਦੇ ਨੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਨਾਮਦੇਵ ਜੀ ਨੇ ਕਿਹਾ ਮੈਨੂੰ ਪਤਾ ਹੋ ਜਾਂਦਾ ਹੈ, ਤੁਹਾਨੂੰ ਨਹੀਂ ਪਤਾ ਤੇ ਮੈਂ ਕੀ ਕਰ ਸਕਣਾ। ਇੱਕ ਵਾਰ ਪਰਮਾਤਮਾ ਦਾ ਨਾਮ ਲੈ ਜਨਮ ਜਨਮ ਦੇ ਪਾਪ ਖਤਮ ਹੋ ਜਾਂਦੇ ਨੇ। ਤੇ ਉਹ ਕਹਿਣ ਲੱਗੇ ਅਸੀਂ ਤੇ ਤਾਂ ਮੰਨਾਂਗੇ, ਇਹ ਮੰਦਿਰ ਦੇ ਉੱਪਰ ਬੁਰਜ ਉੱਤੇ ਗੁੰਬਦ ਉੱਪਰ ਇੱਕ ਗਰੁੜ ਦੀ ਮੂਰਤੀ ਹੈ ਪੱਥਰ ਦੀ, ਤੇ ਜੇ ਤੁਹਾਡੇ ਰਾਮ 'ਚ ਇੰਨੀ ਤਾਕਤ ਹੈ ਅਸੀਂ ਭੋਜਨ ਬਣਾ ਕੇ ਰੱਖਨੇ ਆ ਤੇ ਤੁਸੀਂ ਇਹਨੂੰ ਗਰੁੜ ਨੂੰ ਕੋ ਭੋਜਨ ਖਾਏ, ਰਾਮ ਦਾ ਨਾਮ ਲਓ ਤੇ ਗਰੁੜ ਨੂੰ ਕੋ ਭੋਜਨ ਖਾਏ, ਤਾਂ ਅਸੀਂ ਰਾਮ ਦੀ ਮਹਿਮਾ ਨਾਮ ਦੀ ਮੰਨਾਂਗੇ। ਤੇ ਉਹਨਾਂ ਨੇ ਭੋਜਨ ਬਣਾ ਕੇ ਰੱਖਿਆ, ਔਰ ਨਾਮਦੇਵ ਜੀ ਨੇ ਜਿਸ ਵੇਲੇ ਪਰਮਾਤਮਾ ਦਾ ਨਾਮ ਵਿਠਲ ਕਿਹਾ ਤੇ ਗਰੁੜ ਨੇ ਪ੍ਰਗਟ ਹੋ ਕੇ ਉਹ ਭੋਜਨ ਖਾਦਾ, ਤੇ ਨਾਮ ਦੀ ਮਹਿਮਾ ਉਹਨਾਂ ਨੇ ਲੋਕਾਂ ਨੂੰ ਦਿਖਾਈ ਕਿ ਦੇਖੋ ਇੱਕ ਵਾਰ ਰਾਮ ਕਹਿਣ ਨਾਲ ਸਭ ਕੁਝ ਹੋ ਜਾਂਦਾ ਹੈ। ਲੇਕਿਨ ਉਹ ਰਾਮ ਕਹਿਣਾ ਕਿਸ ਤਰ੍ਹਾਂ ਹੈ, ਉਹ ਸ਼ੂन्य ਬਿਲਕੁਲ ਮਨ ਖਾਲੀ ਹੋ ਜਾਏ, ਇसी ਤਰ੍ਹਾਂ ਦਾ ਮਨ ਵਿੱਚ ਕੋਈ ਸੰਕਲਪ ਵਿਕਲਪ ਨਾ ਹੋਏ, ਸਿਰਫ ਇੱਕ ਪਰਮਾਤਮਾ ਹੀ ਹੋਏ, ਪਰਮਾਤਮਾ ਦੀ ਯਾਦ ਹੀ ਹੋਏ, ਤੇ ਫਿਰ ਸੰਤ ਭਗਤ ਜੋ ਕਹਿੰਦੇ ਨੇ ਇੱਕ ਵਾਰੀ ਕਹਿੰਦੇ ਨੇ ਤੇ ਉਹ ਪੂਰਨ ਹੋ ਜਾਂਦਾ ਹੈ। ਤੇ ਬੜੀਆਂ ਹੀ ਸਾਖੀਆਂ ਨੇ, ਪਰ ਮੈਂ ਜਿਹੜੀਆਂ ਪ੍ਰਿੰਸੀਪਲਸ ਅੱਜ ਕੱਲ ਅਸੀਂ ਵਰਕਸ਼ਾਪਸ ਅਟੈਂਡ ਕਰ ਰਹੇ ਹਾਂ ਔਰ ਬਹੁਤ ਭੱਜ ਰਹੇ ਹਾਂ ਇੱਧਰ ਉੱਧਰ, ਮੈਂ ਉਹ ਸਾਰੇ ਪ੍ਰਿੰਸੀਪਲਸ ਲਏ ਹੈ ਤੇ ਬਹੁਤ ਕੁਝ, ਔਰ ਸਮੇਂ ਦੇ ਹਿਸਾਬ ਨਾਲ ਅੱਜ ਵੀ ਲੱਗਦਾ ਮੈਨੂੰ ਸਮੇਂ ਜ਼ਿਆਦਾ ਹੋ ਗਿਆ, ਤੇ ਪਰ ਤੁਸੀਂ ਇਹਨੂੰ ਬਾਅਦ ਚੋਂ ਦੁਬਾਰਾ ਸੁਣੋ ਔਰ ਸਮਝ ਆਏਗੀ ਚੀਜ਼ਾਂ ਦੀ। ਔਰ ਇਸੇ ਲਈ ਮੈਂ ਗੁਰਬਾਣੀ ਦਾ ਰੈਫਰੈਂਸ ਬਾਰ-ਬਾਰ ਹਰ ਵਰਕਸ਼ਾਪ 'ਚ ਲੈ ਰਹੀ ਹਾਂ, ਕਿਉਂਕਿ ਪੰਜਾਬੀ ਵਿੱਚ ਬਹੁਤ ਘੱਟ ਮਟੀਰੀਅਲ ਹੈ ਔਰ ਗੁਰਬਾਣੀ ਤੇ ਕੁਝ ਵੀ ਨਹੀਂ ਹੈ, ਸਿਰਫ ਅਸੀਂ ਧਿਆਨ ਕਰਨੇ ਆ, ਗੁਰਬਾਣੀ ਵਿੱਚ ਕੀ ਲਿਖਿਆ ਗਿਆ ਸਾਨੂੰ ਪਤਾ ਹੀ ਨਹੀਂ ਹੈ। ਤੇ ਇਸ ਵਾਸਤੇ ਮੈਂ ਗੁਰਬਾਣੀ ਨੂੰ ਨਾਲ ਲੈ ਕੇ ਚੱਲ ਰਹੀ ਹਾਂ ਕਿ ਸਾਨੂੰ ਪਤਾ ਚੱਲੇ ਕਿ ਜੋ ਅਸੀਂ ਅੱਜ ਸੁਣ ਰਹੇ ਹਾਂ ਦੇਖ ਰਹੇ ਹਾਂ ਇਹ ਤੇ ਸਭ ਕੁਝ ਪਹਿਲੇ ਸੰਤਾਂ ਭਗਤਾਂ ਨੇ ਬਾਣੀ 'ਚ ਲਿਖ ਦਿੱਤਾ ਹੋਇਆ, ਲੇਕਿਨ ਅਸੀਂ ਕਦੀ ਸਮਝਿਆ ਨਹੀਂ। ਤੇ ਇਸ ਵਾਸਤੇ ਪਤਰੀ ਸਰ ਬਾਰ-ਬਾਰ ਕਹਿੰਦੇ ਰਹੇ ਕਿ ਹਰ ਧਰਮ ਦੇ ਗ੍ਰੰਥਾਂ ਦਾ ਅਧਿਐਨ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਕਿੰਨੀ ਮਿਹਨਤ ਸੰਤਾਂ ਭਗਤਾਂ ਨੇ ਕੀਤੀ ਹੈ ਔਰ ਅਸੀਂ ਉਹਦਾ ਕੋਈ ਕਦਰ ਨਹੀਂ ਪਾ ਰਹੇ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ। ਬਹੁਤ ਗਹਿਰੀਆਂ ਗੱਲਾਂ ਨੇ, ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਸਿੰਪਲ
ਭਾਸ਼ਾ ਵਿੱਚ ਤੁਹਾਡੇ ਤੱਕ ਪਹੁੰਚਾ ਸਕਾਂ, ਲੇਕਿਨ ਫਿਰ ਵੀ ਕਿਧਰੇ ਕੋਈ ਕਨੈਕਸ਼ਨ ਡਿਸਕਨੈਕਟ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਜ਼ਰੂਰ ਫੋਨ ਵੀ ਕਰ ਸਕਦੇ ਹੋ, ਦੱਸ ਵੀ ਸਕਦੇ ਹੋ, ਪੁੱਛ ਵੀ ਸਕਦੇ ਹੋ। ਸੋ ਥੈਂਕ ਯੂ। ਅੱਜ ਅਸੀਂ ਨਾਮਦੇਵ ਜੀ ਦਾ ਲਿਆ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਲੇਕਿਨ ਨਾਮਦੇਵ ਜੀ ਦੇ ਜੀਵਨ ਤੇ ਉਹਨਾਂ ਦੇ ਬਾਰੇ ਚ ਜਾਨਣਾ ਬਹੁਤ ਜ਼ਰੂਰੀ ਸੀ ਤੇ ਅੱਜ ਅਸੀਂ ਨਾਮਦੇਵ ਜੀ ਦਾ ਲਿਆ। ਕੱਲ ਤੋਂ ਅਸੀਂ ਫਿਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸੈਲੀਬ੍ਰੇਸ਼ਨ ਹੈ ਉਹ ਕੰਟੀਨਿਊ ਕਰਾਂਗੇ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਅੱਛਾ ਜੀ।